ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ। ਡੁੱਬਦੇ ਪੱਥਰ ਤਾਰੇ ਬੇਸ਼ੁਮਾਰ ਅਥਾਹ ਅਗਨਤ ਅਤੁਲੈ। ਬੇਸ਼ੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖੱਖੈ ਖੁੰਦ ਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦਿਆ। ਬੰਧਨ ਜਾ ਕੈ ਸਭ ਜਗ ਬਾਂਧਿਆ ਅਵਰੀ ਕਾ ਨਹੀਂ ਹੁਕਮ ਪਿਆ। ਖੱਖੈ ਖੁੰਦ ਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਛਤਰ ਚਵਰ ਤਖਤ ਕੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਪਤਤ ਪਾਵਨ ਭਗਤ ਵਛਲ ਕਰੁਣਾ ਨਿਧਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਆਪ ਸੰਗਤਾਂ ਅੰਮ੍ਰਿਤ ਵੇਲੇ ਦੀਆਂ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਨੇ ਮਿਹਰ ਕੀਤੀ, ਅੰਮ੍ਰਿਤ ਵੇਲੇ ਦਰਸ਼ਨ ਦਿਦਾਰੇ ਬਖਸ਼ੇ, ਪਵਿੱਤਰ ਬਾਣੀਆਂ ਦੇ ਪਾਠ ਹੋਏ। ਸੋ ਆਓ ਸਾਧ ਸੰਗਤ ਜੀ, ਹਰ ਰੋਜ਼ ਦੀ ਤਰ੍ਹਾਂ ਕੁਝ ਕੁ ਸਮਾਂ ਸਤਿਗੁਰਾਂ ਦੇ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਇਸ ਅਸਥਾਨ 'ਤੇ ਜੋ ਲੜੀਵਾਰ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 432 'ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਵੱਲੋਂ ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਹੋਈ ਪੱਟੀ ਲਿਖੀ ਨਾਮ ਦੀ ਬਾਣੀ। ਇਸ ਬਾਣੀ ਦੀਆਂ 5 ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ 6ਵੀਂ ਅਤੇ ਅਗਲੀਆਂ ਪੌੜੀਆਂ ਖੱਖੇ ਅੱਖਰ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਖੱਖੈ ਖੁੰਦ ਕਾਰ ਸਾਹ ਆਲਮ ਕਰ ਖਰੀਦ ਜਿਨ ਖਰਚ ਦੀਆ। ਖੱਖੇ ਅੱਖਰ ਦੇ ਦੁਆਰਾ ਸਤਿਗੁਰੂ ਜੀ ਇਸ ਜੀਵ ਨੂੰ ਸਮਝਾ ਰਹੇ ਹਨ ਕਿ ਇਹ ਜੀਵ ਉਹ ਜਿਹੜਾ ਵਾਹਿਗੁਰੂ ਅਕਾਲ ਪੁਰਖ ਖੁੰਦਕਾਰ ਹੈ। ਖੁੰਦਕਾਰ ਦਾ ਭਾਵ ਹੁੰਦਾ ਜਿਹੜਾ ਸੱਤਾਂ ਵਲੈਤਾਂ ਦਾ ਬਾਦਸ਼ਾਹ ਹੋਵੇ, ਉਹਨੂੰ ਖੁੰਦਕਾਰ ਕਿਹਾ ਜਾਂਦਾ ਹੈ। ਬਾਣੀ ਵਿੱਚ ਗੁਰੂ ਸਾਹਿਬਾਂ ਨੇ ਉਸ ਅਕਾਲ ਪੁਰਖ ਵਾਸਤੇ ਖੁੰਦਕਾਰ ਸ਼ਬਦ ਵਰਤਿਆ ਹੈ।
ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਸਤਿਗੁਰੂ ਕਹਿੰਦੇ ਹਨ ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਖੁੰਦਕਾਰ ਹੈ, ਸ਼ਾਹ ਹੈ, ਆਲਮ ਸਾਰੀ ਦੁਨੀਆ ਦਾ ਹੀ ਜਿਹੜਾ ਸ਼ਾਹ ਹੈ। ਕਰ ਖਰੀਦ ਜਿਨ ਖਰਚ ਦਿਆ, ਜਿਸ ਵਾਹਿਗੁਰੂ ਨੇ ਤੈਨੂੰ ਖਰਚ ਦਿੱਤਾ ਹੈ, ਖਰਚ ਦੇ ਕਰਕੇ ਸੰਸਾਰ ਦੇ ਵਿੱਚ ਭੇਜਿਆ ਹੈ। ਸਤਿਗੁਰੂ ਕਹਿੰਦੇ ਹਨ ਉਹਦੀ ਦੱਸੀ ਹੋਈ ਤੂੰ ਖਰੀਦਕਾਰ। ਜੋ ਖਰੀਦਦਾਰੀ ਉਸ ਵਾਹਿਗੁਰੂ ਨੇ ਤੈਨੂੰ ਦੱਸੀ ਹੈ ਉਹ ਕਾਰ। ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਧ ਸੰਗਤ ਜੀ ਇਸ ਜੀਵ ਨੂੰ ਵਣਜਾਰਾ ਆਖਿਆ ਏ, ਖਰੀਦਦਾਰ ਆਖਿਆ ਏ। ਤੇ ਉਹ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਸ਼ਾਹ ਆਖਿਆ ਹੈ। ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹ ਸ਼ਾਹ ਹੈ, ਤੇ ਜੀਵ ਜਿਹੜਾ ਹੈ ਉਸ ਪਰਮਾਤਮਾ ਰੂਪੀ ਸ਼ਾਹ ਦੇ ਕੋਲੋਂ ਸਵਾਸਾਂ ਦੀ ਪੂੰਜੀ ਲੈ ਕਰਕੇ ਸੰਸਾਰ ਦੇ ਵਿੱਚ ਨਾਮ ਰੂਪੀ ਧਨ ਖਰੀਦਣ ਵਾਸਤੇ ਆਇਆ। ਪਾਵਨ ਬਾਣੀ ਵਿੱਚ ਸਤਿਗੁਰੂ ਜੀ ਜ਼ਿਕਰ ਕਰਦੇ ਹਨ, ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਦੋ ਦੀਵੇ ਉਸ ਪਰਮਾਤਮਾ ਨੇ ਜਗਾਏ ਹੋਏ ਹੈ, ਸੂਰਜ ਅਤੇ ਚੰਦਰਮਾ। ਦੋਏ ਦੀਵੇ 14 ਹੱਟ ਨਾਲੇ, ਜੇਤੇ ਜੀ ਤੇਤੇ ਵਣਜਾਰੇ। ਖੁੱਲੇ ਹੱਟ ਹੁਆ ਵਾਪਾਰ, ਜੋ ਪਹੁੰਚੈ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨੀਸਾਨ, ਨਾਨਕ ਨਾਮ ਲਾਹਾ ਪ੍ਰਵਾਨ। ਹਰ ਇੱਕ ਜੀਵ ਜਿਹੜਾ ਹੈ ਉਹ ਵਪਾਰੀ ਬਣ ਕੇ ਆਇਆ ਹੈ, ਉਸ ਸ਼ਾਹ ਅਕਾਲ ਪੁਰਖ ਪਰਮਾਤਮਾ ਦਾ ਘੱਲਿਆ ਹੋਇਆ ਹੈ। ਤੇ ਉਸ ਸ਼ਾਹ ਨੇ, ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਇਸ ਜੀਵ ਨੂੰ ਨਾਮ ਦਾ ਵਪਾਰ ਕਰਨ ਵਾਸਤੇ ਭੇਜਿਆ ਹੈ। ਪਰ ਅਫਸੋਸ ਆ ਸੰਗਤ ਜੀ ਕਿ ਇਹ ਜੀਵ ਖਾਂਦਾ ਤੇ ਉਹਦਾ ਦਿੱਤਾ ਹੈ, ਪਹਿਣ ਦਾ ਉਹਦਾ ਦਿੱਤਾ ਹੈ, ਉਹਦੀ ਦਿੱਤੀ ਹੋਈ ਜ਼ਿੰਦਗੀ ਨੂੰ ਮਾਣਦਾ ਹੈ। ਪਰ ਇਹ ਵਪਾਰ ਆਪਣੀ ਮਨ ਮਰਜ਼ੀ ਦਾ ਕਰਦਾ ਹੈ। ਕੀ ਇਹੋ ਜਿਹਾ ਵਪਾਰੀ ਜਿਹੜਾ ਹੈ ਉਹ ਕਿਸੇ ਸ਼ਾਹੂਕਾਰ ਨੂੰ ਪਸੰਦ ਹੋਵੇਗਾ? ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਬੜੀਆਂ ਸੁੰਦਰ ਸਤਿਗੁਰਾਂ ਦੀਆਂ ਪੰਕਤੀਆਂ ਪੜ੍ਹਦੇ ਹਾਂ। ਸਤਿਗੁਰੂ ਕਹਿੰਦੇ ਹਨ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਉਸ ਵਾਹਿਗੁਰੂ ਨੇ ਕਿੰਨੀਆਂ ਸੋਹਣੀਆਂ ਤੈਨੂੰ ਸਹੂਲਤਾਂ ਦਿੱਤੀਆਂ। ਰਾਤ ਦਿੱਤੀ ਹੈ ਤੈਨੂੰ ਸੌਣ ਵਾਸਤੇ, ਰਾਤੀ ਰੁੱਤੀ ਅਨੇਕ ਪ੍ਰਕਾਰ ਦੀਆਂ ਰੁੱਤਾਂ ਦਿੱਤੀਆਂ। ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤੈਨੂੰ ਪਵਨ ਦਿੱਤੀ ਹੈ, ਹਵਾ ਫਰੀ ਦੇ ਵਿੱਚ ਸਵਾਸ ਦਿੱਤੇ ਹੈ। ਕੁਝ ਥੋੜ੍ਹੇ ਜਿਹੇ ਸਵਾਸ ਕਿਤੇ ਸਾਧ ਸੰਗਤ ਜੀ ਆਕਸੀਜਨ ਲੈਣੀ ਹੋਵੇ ਹੌਸਪੀਟਲ ਦੇ ਵਿੱਚ ਤੇ ਪਤਾ ਲੱਗਦਾ ਹੈ ਕਿੰਨੀ ਮਹਿੰਗੀ ਹੈ। ਸਤਿਗੁਰੂ ਕਹਿੰਦੇ ਹਨ ਉਸ ਵਾਹਿਗੁਰੂ ਨੇ ਤੇ ਫਰੀ ਦੇ ਵਿੱਚ ਤੈਨੂੰ ਦਿੱਤੀ ਹੋਈ ਹੈ। ਪਵਨ ਪਾਣੀ, ਥੋੜ੍ਹਾ ਜਿਹਾ ਪਾਣੀ ਲੈਣਾ ਹੋਵੇ ਤੇ 20 ਰੁਪਏ ਦੀ ਬੋਤਲ ਮਿਲਦੀ ਹੈ, ਲੀਟਰ ਵੀ ਪਾਣੀ ਨਹੀਂ ਹੁੰਦਾ। ਉਸ ਵਾਹਿਗੁਰੂ ਨੇ ਕਿੰਨਾ ਪਾਣੀ ਤੈਨੂੰ ਫਰੀ ਦੇ ਵਿੱਚ ਦਿੱਤਾ ਹੈ। ਪਵਨ ਪਾਣੀ ਅਗਨੀ ਪਾਤਾਲ, ਕਿੰਨਾ ਕੁਝ ਉਸ ਵਾਹਿਗੁਰੂ ਨੇ ਸਾਜਿਆ ਹੈ। ਸੋਹਣੀ ਇਹ ਧਰਮਸ਼ਾਲਾ ਬਣਾਈ ਹੈ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਚਾਰ ਸਫੇਰੇ ਤੇਰੇ ਵਾਸਤੇ ਇਹ ਸਾਰਾ ਕੁਝ ਬਣਾ ਕਰਕੇ ਤੇ ਤੇਰੇ ਰਹਿਣ ਦੇ ਵਾਸਤੇ ਇਹ ਧਰਤੀ ਧਰਮਸ਼ਾਲਾ ਬਣਾਈ ਹੈ ਕਿ ਇਸ ਧਰਤੀ ਰੂਪੀ ਧਰਮਸ਼ਾਲਾ ਦੇ ਵਿੱਚ ਤੂੰ ਧਰਮ ਦਾ ਵਪਾਰ ਕਰ, ਨਾਮ ਦਾ ਲਾਹਾ ਖੱਟ। ਪਰ ਸਾਧ ਸੰਗਤ ਜੀ ਇਹ ਜੀਵ ਖਾਂਦਾ ਪੈਂਦਾ ਉਹਦਾ ਦਿੱਤਾ ਹੈ ਤੇ ਮਨ ਮਰਜ਼ੀ ਆਪਣੀ ਕਰਦਾ ਹੈ। ਉਦਾਹਰਣ ਦੇ ਵਾਸਤੇ ਜਿਵੇਂ ਸਾਧ ਸੰਗਤ ਜੀ ਕੋਈ ਮਨੁੱਖ ਕਿਸੇ ਕੰਪਨੀ ਦੇ ਵਿੱਚ ਕੋਈ ਕਾਰਜ ਕਰਦਾ ਹੋਵੇ, ਕੋਈ ਆਫੀਸਰ ਲੱਗਾ ਹੋਵੇ, ਤੇ ਉਹਦੇ ਪਰਿਵਾਰ ਵਾਲੇ ਵੀ ਬੜੇ ਫਖਰ ਦੇ ਨਾਲ ਕਹਿੰਦੇ ਆ ਕਿ ਸਾਡਾ ਬੱਚਾ ਜਿਹੜਾ ਹੈ ਫਲਾਨੀ ਕੰਪਨੀ ਦੇ ਵਿੱਚ ਆਫੀਸਰ ਲੱਗਾ ਹੈ, ਤੇ ਉਹਨੂੰ ਸਹੂਲਤਾਂ ਦਿੱਤੀਆਂ ਗਈਆਂ ਹੈ, ਉਹਨੂੰ ਰਹਿਣ ਦੇ ਵਾਸਤੇ ਮਕਾਨ ਦਿੱਤਾ ਗਿਆ ਹੈ, ਉਹਨੂੰ ਜਾਣ ਆਉਣ ਦੇ ਵਾਸਤੇ ਉਹਨੂੰ ਗੱਡੀ ਦਿੱਤੀ ਗਈ ਹੈ, ਉਹਦੇ ਭੋਜਨ ਦਾ ਫ੍ਰੀ ਪ੍ਰਬੰਧ ਕੰਪਨੀ ਵਾਲੇ ਕਰਦੇ ਹਨ। ਬੜੇ ਫਖਰ ਦੇ ਨਾਲ ਪਰਿਵਾਰ ਵਾਲੇ ਇਹ ਗੱਲ ਕਹਿੰਦੇ ਹੈ।
ਪਰ ਹੁਣ ਸਾਧ ਸੰਗਤ ਜੀ ਸੋਚਣ ਦੀ ਗੱਲ ਤੇ ਇਹ ਹੈ ਕਿ ਕੰਪਨੀ ਨੇ ਹੁਣ ਉਹ ਬੰਦਾ ਜਿਹੜਾ ਹੈ ਗੱਡੀ ਲੈ ਕਰਕੇ ਆਵਾਗਰਦੀ ਕਰਦਾ ਰਹੇ, ਕੀ ਕੰਪਨੀ ਉਹਨੂੰ ਰੱਖੇਗੀ? ਕਮਰਾ ਉਹਨੂੰ ਰਹਿਣ ਦੇ ਵਾਸਤੇ ਦਿੱਤਾ ਹੈ, ਸਾਰਾ ਦਿਨ ਏਸੀ ਚਲਾ ਕਰਕੇ ਕਮਰੇ ਦੇ ਵਿੱਚ ਸੁੱਤਾ ਹੀ ਰਵੇ, ਤੇ ਕੀ ਕੰਪਨੀ ਨੂੰ ਉਹ ਬੰਦਾ ਪ੍ਰਵਾਨ ਹੋਵੇਗਾ? ਨਹੀਂ, ਬਿਲਕੁਲ ਨਹੀਂ। ਕੰਪਨੀ ਵਾਲਿਆਂ ਨੂੰ ਪਤਾ ਹੈ ਕਿ ਇਸ ਬੰਦੇ ਦੇ ਵਿੱਚ ਗੁਣ ਹੈ, ਇਹ ਜੇ ਚੱਜ ਦੇ ਨਾਲ ਕੰਮ ਕਰੇ ਤੇ ਸਾਡੀ ਕੰਪਨੀ ਦਾ ਕਾਰੋਬਾਰ ਜਿਹੜਾ ਹੈ ਇਹ ਵਧੇਗਾ। ਇਸ ਕਰਕੇ ਉਹਨੂੰ ਸਹੂਲਤਾਂ ਦਿੱਤੀਆਂ ਗਈਆਂ, ਤੇ ਜੇ ਉਹ ਸਹੂਲਤਾਂ ਦੀ ਸਹੀ ਵਰਤੋਂ ਨਾ ਕਰੇ ਤੇ ਅਗਲੇ ਦਿਨ ਹੀ ਪਰਚਾ ਕੱਟ ਕੇ ਦੇ ਦੇਣਗੇ ਕਿ ਸੱਜਣਾ ਜਾ ਤੂੰ ਆਪਣੇ ਘਰ, ਤੇਰੀ ਸਾਨੂੰ ਕੋਈ ਲੋੜ ਨਹੀਂ। ਠੀਕ ਇਸੇ ਤਰ੍ਹਾਂ ਸਾਧ ਸੰਗਤ ਜੀ ਉਸ ਵਾਹਿਗੁਰੂ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੈ, ਸਵਾਸ ਉਸਨੇ ਦਿੱਤੇ ਹੈ, ਖਾਣ ਦੇ ਵਾਸਤੇ ਅੰਨ ਖਾਣਾ, ਕੱਪੜ ਪਹਿਨਣ ਦੀਆ ਉਸ ਵਾਹਿਗੁਰੂ ਨੇ, ਰਹਿਣ ਦੇ ਵਾਸਤੇ ਇਹ ਧਰਤੀ ਦਿੱਤੀ ਹੈ। ਕਿਤੇ 4 ਦਿਨ ਕਿਸੇ ਦੇ ਕੋਲ ਕੋਈ ਕਿਰਾਏ ਤੇ ਰਹਿਣਾ ਪੈ ਜਾਵੇ ਤੇ ਪਤਾ ਲੱਗਦਾ ਹੈ ਕਿੰਨਾ ਕਿਰਾਇਆ ਪੈਂਦਾ ਛੋਟੇ ਜਿਹੇ ਕਮਰੇ ਦਾ। ਉਸ ਵਾਹਿਗੁਰੂ ਨੇ ਸਾਨੂੰ ਸਾਰੀ ਧਰਤੀ ਫ੍ਰੀ ਦੇ ਵਿੱਚ ਦਿੱਤੀ ਹੈ, ਜਿੱਥੇ ਮਰਜ਼ੀ ਤੂੰ ਰਹੀ ਜਾ, ਜਿੱਥੇ ਮਰਜ਼ੀ ਘੁੰਮ ਫਿਰ। ਖਾਣ ਵਾਸਤੇ ਪਦਾਰਥ ਦਿੱਤੇ ਹੈ, ਸਭ ਤੋਂ ਅਮੋਲਕ ਇਹ ਸਵਾਸ ਹਨ ਉਸ ਪਰਮਾਤਮਾ ਨੇ ਸਾਨੂੰ ਫ੍ਰੀ ਦੇ ਵਿੱਚ ਦਿੱਤੇ ਆ। ਪਰ ਇਸ ਕਰਕੇ ਨਹੀਂ ਦਿੱਤੇ ਕਿ ਤੂੰ ਆਪਣੀਆਂ ਮਨ ਆਈਆਂ ਕਰੇ, ਆਵਾਗਰਦੀ ਕਰੀ ਜਾਵੇਂ, ਨਹੀਂ। ਉਹਨੇ ਤੈਨੂੰ ਤਾਂ ਦਿੱਤੇ ਆ, ਉਹਨੂੰ ਮਾਣ ਹੈ ਕਿ ਤੂੰ ਹੁਣ ਸੰਸਾਰ ਦੇ ਵਿੱਚ ਆਇਆ ਹੈ, ਇਸ ਧਰਤੀ ਧਰਮਸਾਲ ਦੇ ਵਿੱਚ ਆਇਆ ਹੈ, ਇੱਥੇ ਆ ਕਰਕੇ ਸੱਚ ਦਾ ਵਪਾਰ ਕਰੀ, ਇੱਥੇ ਧਰਮ ਕਮਾਵੀਂ। ਤੇ ਜੇ ਧਰਮ ਨਹੀਂ ਕਮਾਇਆ ਤੇ ਫਿਰ ਉਹਨੂੰ ਇੰਨਾ ਕੁਝ ਦੇਣ ਦਾ ਲਾਭ ਕੀ ਹੋਇਆ? ਕੀ ਕਰੂਗਾ ਉਹ ਤੇਰਾ? ਸਤਿਗੁਰੂ ਕਹਿੰਦੇ ਹਨ, ਹੇ ਜੀਵ ਤੂੰ ਵਪਾਰੀ ਬਣ ਕੇ ਆਇਆ ਹੈ, ਉਸ ਸ਼ਾਹ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਪੂੰਜੀ ਦੇ ਕਰਕੇ ਭੇਜਿਆ ਹੈ, ਤੇ ਜਿਹੜਾ ਵਪਾਰ ਉਹਨੇ ਆਖਿਆ ਹੈ ਉਹ ਵਪਾਰ ਤੂੰ ਕਰ। ਸਤਿਗੁਰੂ ਕਹਿੰਦੇ ਹਨ, ਵਣਜ ਕਰਹੁ ਵਣਜਾਰਿਹੁ ਵਖਰ ਲਿਹੁ ਸੰਭਾਲ, ਤੈਸੀ ਵਸਤ ਨਿਭਾਹੀ ਹੈ, ਤੈਸੀ ਵਸਤ ਵਿਸਾਹੀ ਹੈ, ਜੈਸੀ ਨਿਭੈ ਨਾਲ। ਹੇ ਜੀਵ ਐਸੀ ਵਸਤ ਦਾ ਵਪਾਰ ਕਰ ਜਿਹੜੀ ਵਸਤੂ ਤੇਰੇ ਨਾਲ ਨਿਭ ਸਕੇ। ਜਿਸ ਵਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ। ਜਿਸ ਵਸਤੂ ਨੂੰ ਤੂੰ ਲੈਣ ਵਾਸਤੇ ਆਇਆ, ਨਾਮ ਰੂਪੀ ਵਸਤੂ ਨੂੰ, ਜਿਸ ਵਸਤ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਇਹ ਰਾਮ ਦਾ ਨਾਮ ਰੱਬ ਦੇ ਪਿਆਰਿਆਂ ਦੇ ਕੋਲੋਂ ਪ੍ਰਾਪਤ ਹੋਵੇਗਾ। ਸਤ ਸੰਗਤ ਦੇ ਵਿੱਚ ਜਾ ਕਰਕੇ ਤੈਨੂੰ ਇਹ ਪੂੰਜੀ ਜਿਹੜੀ ਹੈ ਪ੍ਰਾਪਤ ਹੋਵੇਗੀ। ਤਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ। ਲਾਦ ਖੇਪ ਸੰਤਹਿ ਸੰਗਚਾਲ, ਅਵਰ ਤਿਆਗ ਵਿਖਿਆ ਜੰਜਾਲ। ਸਤਿਗੁਰੂ ਕਹਿੰਦੇ ਹਨ, ਹੇ ਜੀਵ ਤੂੰ ਵਪਾਰੀ ਬਣ ਕੇ ਆਇਆ ਹੈ, ਤੇ ਜਿਹੜਾ ਵਪਾਰ ਕਰਨ ਵਾਸਤੇ ਤੈਨੂੰ ਵਾਹਿਗੁਰੂ ਨੇ ਅਕਾਲ ਪੁਰਖ ਪਰਮਾਤਮਾ ਨੇ ਭੇਜਿਆ ਹੈ ਉਹ ਵਪਾਰ ਤੂੰ ਕਰ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਉਹ ਵਪਾਰ ਕੀਤਾ ਹੈ, ਜਿਸ ਵਪਾਰ ਦੇ ਵਾਸਤੇ ਪਰਮਾਤਮਾ ਨੇ ਸਾਨੂੰ ਭੇਜਿਆ ਹੈ, ਜਿਹੜੇ ਉਹ ਵਪਾਰ ਕਰਦੇ ਹਨ ਉਹ ਗੁਰਮੁਖ ਹਨ। ਕੋਈ ਸ਼ਾਹਕਾਰ ਸਾਧ ਸੰਗਤ ਜੀ 2 ਵਪਾਰੀ ਜਿਹੜੇ ਹੈ ਉਹਨਾਂ ਨੂੰ ਵਪਾਰ ਕਰਨ ਵਾਸਤੇ ਭੇਜਦਾ ਹੈ। 2 ਵਪਾਰੀਆਂ ਨੂੰ ਆਪਣੇ ਕੋਲੋਂ ਪੂੰਜੀ ਦਿੰਦਾ ਹੈ ਕਿ ਸੱਜਣੋ ਆ ਲਓ ਇੰਨੀ ਪੂੰਜੀ ਲੈ ਜਾਓ। ਦੋਨਾਂ ਨੂੰ ਬਰਾਬਰ ਪੂੰਜੀ ਦਿੱਤੀ, ਇੰਨੀ ਪੂੰਜੀ ਲੈ ਜਾਓ ਤੇ ਫਲਾਣੇ ਦੇਸ਼ ਦੇ ਵਿੱਚ ਫਲਾਣੇ ਨਗਰ ਦੇ ਵਿੱਚ ਤੁਸੀਂ ਚਲੇ ਜਾਓ, ਤੇ ਉੱਥੇ ਜਾ ਕਰਕੇ ਤੁਸੀਂ ਇਸ ਪੂੰਜੀ ਤੋਂ ਹੋਰ ਪੂੰਜੀ ਜਿਹੜੀ ਹੈ ਵਧਾਉਣੀ ਹੈ, ਵਪਾਰ ਕਰਕੇ ਪੈਸਾ ਵਧਾਉਣਾ ਹੈ। ਤੇ ਖਿਆਲ ਰੱਖਿਓ, ਜਿੰਨਾ ਚਿਰ ਤੀਕਰ ਮੈਂ ਤੁਹਾਨੂੰ ਸੰਦੇਸ਼ ਨਹੀਂ ਭੇਜਦਾ ਉਹਨਾਂ ਚਿਰ ਤੀਕਰ ਤੁਸੀਂ ਵਾਪਸ ਨਾ ਆਇਓ। 15 ਦਿਨ ਤੁਹਾਨੂੰ ਜਾਂਦਿਆਂ ਲੱਗਣਗੇ, 15 ਦਿਨ ਤੁਹਾਨੂੰ ਆਉਂਦਿਆਂ ਲੱਗਣਗੇ। ਠੀਕ 2 ਮਹੀਨੇ ਤੁਸੀਂ ਉੱਥੇ ਰਹਿਣਾ ਹੈ। 15 ਦਿਨ ਤੁਹਾਡੇ ਆਉਣ ਜਾਣ ਦੇ ਹਨ। 3 ਮਹੀਨਿਆਂ ਦੇ ਬਾਅਦ ਮੈਂ ਤੁਹਾਨੂੰ ਸੰਦੇਸ਼ ਭੇਜਾਂਗਾ। ਮੇਰਾ ਸੰਦੇਸ਼ ਪੜ੍ਹਿਓ ਤੇ ਮੇਰਾ ਸੰਦੇਸ਼ ਪੜ੍ਹ ਕੇ ਤੁਸੀਂ ਵਾਪਸ ਮੇਰੇ ਕੋਲ ਆ ਜਿਓ। ਹੁਣ ਸਾਧ ਸੰਗਤ ਜੀ ਦੋਨੋਂ ਵਪਾਰੀ ਜਿਹੜੇ ਆ ਇਹ ਤੁਰ ਪੈਂਦੇ ਆ। ਪੂੰਜੀ ਦੋਨਾਂ ਨੂੰ ਬਰਾਬਰ ਦੇ ਦਿੱਤੀ ਹੈ। ਇੱਕ ਨੇ ਜਾ ਕਰਕੇ ਚੰਗੇ ਤਰੀਕੇ ਦੇ ਨਾਲ ਵਪਾਰ ਕੀਤਾ ਤੇ ਬੜੀ ਛੇਤੀ ਦੇ ਨਾਲ ਉਹਦਾ ਸਾਰਾ ਵਪਾਰ ਹੋ ਗਿਆ, ਉਹਨੇ ਲਾਹਾ ਖੱਟ ਲਿਆ, ਨਫਾ ਕਮਾ ਲਿਆ। ਹੁਣ ਉਹ ਸੋਚਦਾ ਹੈ ਕਿਹੜੇ ਵੇਲਾ ਹੋਵੇ ਮੇਰੇ ਸ਼ਾਹ ਦਾ ਸੰਦੇਸ਼ ਆਵੇ ਤੇ ਮੈਂ ਵਾਪਸ ਆਪਣੇ ਸ਼ਾਹ ਦੇ ਕੋਲ ਜਾਵਾਂ, ਛੇਤੀ ਸੰਦੇਸ਼ ਆਵੇ। ਤੇ ਦੂਜਾ ਜਿਹੜਾ ਵਪਾਰੀ ਸੀ ਉਹਨੇ ਆਪਣੀ ਸਾਰੀ ਪੂੰਜੀ ਗਵਾ ਲਈ। ਲਾਭ ਤੇ ਕੀ ਖੱਟਣਾ ਸੀ, ਪੈਸਾ ਤੇ ਕੀ ਕਮਾਉਣਾ ਸੀ, ਜਿਹੜੀ ਪੂੰਜੀ ਲੈ ਕੇ ਆਇਆ ਸੀ ਉਹ ਵੀ ਗਵਾ ਲਈ। ਹੁਣ ਉਹ ਕੀ ਸੋਚਦਾ, ਉਹ ਤੇ ਇਹ ਸੋਚਦਾ ਹੈ ਕਿ 3 ਮਹੀਨੇ ਜਿਹੜੇ 2 ਮਹੀਨੇ ਕਹੇ ਆ, 2 ਮਹੀਨੇ 2
ਦੋ ਯੁੱਗ ਬੀਤ ਜਾਣ, ਸੰਦੇਸ਼ ਆਵੇ ਹੀ ਨਾ। ਉਹ ਤਾਂ ਇਹ ਸੋਚਦਾ ਕਿ ਸੰਦੇਸ਼ ਆਵੇ ਹੀ ਨਾ, ਮਾਲਕ ਦਾ, ਸ਼ਾਹ ਦਾ ਸੰਦੇਸ਼ ਨਾ ਆਵੇ। ਹੁਣ ਜਿਹਨੇ ਵਪਾਰ ਠੀਕ ਤਰੀਕੇ ਦੇ ਨਾਲ ਕੀਤਾ, ਉਹ ਕਹਿੰਦਾ ਕਿਹੜਾ ਵੇਲਾ ਹੋਵੇ, ਮੇਰਾ ਤੇ ਇੱਥੇ ਚਿੱਤ ਨਹੀਂ ਲੱਗਦਾ ਵਿਹਲੇ ਦਾ, ਛੇਤੀ ਸੰਦੇਸ਼ ਆਵੇ ਤੇ ਮੈਂ ਜਾਵਾਂ। ਜਦੋਂ ਆਪਸ ਦੇ ਵਿੱਚ ਦੋਨੋਂ ਮਿਲਦੇ ਆ, ਗੱਲਾਂ ਬਾਤਾਂ ਕਰਦੇ, ਉਹ ਕਹਿੰਦਾ ਸੱਜਣਾ ਮੇਰਾ ਤੇ ਵਪਾਰ ਹੋ ਗਿਆ, ਮੈਂ ਤੇ ਨਫਾ ਖੱਟ ਲਿਆ, ਛੇਤੀ ਮਾਲਕ ਦਾ ਸੰਦੇਸ਼ ਆਵੇ ਤੇ ਵਾਪਸ ਜਾਈਏ, ਜੀ ਨਹੀਂ ਲੱਗਦਾ ਇੱਥੇ ਵਿਹਲਿਆਂ ਦਾ। ਤੇ ਦੂਜਾ ਜਿਹਨੇ ਸਾਰਾ ਕੁਝ ਗਵਾਇਆ ਹੈ, ਉਹ ਮਨ ਦੇ ਵਿੱਚ ਝੂਰ ਰਿਹਾ ਹੈ, ਝੋਰਾ ਹੈ ਉਹਦੇ ਮਨ ਵਿੱਚ ਕਿ 2 ਮਹੀਨੇ ਕੀ 2 ਯੁੱਗ ਬੀਤ ਜਾਣ, ਮਾਲਕ ਦਾ ਸੰਦੇਸ਼ ਆਵੇ ਹੀ ਨਾ। ਪਰ ਸਾਧ ਸੰਗਤ ਜੀ, ਸਮਾਂ ਕਿਹੜਾ ਕਿਸੇ ਦੀ ਉਡੀਕ ਕਰਦਾ ਹੈ, ਆਖਿਰ ਉਹ ਸਮਾਂ ਬੀਤ ਗਿਆ। 2 ਮਹੀਨੇ ਬੀਤ ਗਏ, ਮਾਲਕ ਦਾ ਸੰਦੇਸ਼ ਆਇਆ, ਘੱਲੇ ਹੋਏ ਬੰਦੇ ਆਏ, ਜਿਹੜੇ ਸ਼ਾਹ ਨੇ, ਜਿਹੜੇ ਵਪਾਰੀ ਨੇ ਚੰਗੇ ਤਰੀਕੇ ਨਾਲ ਵਪਾਰ ਕੀਤਾ ਸੀ, ਉਹ ਆਏ ਹੋਏ ਸੱਜਣਾ ਨੂੰ ਅੱਗੋਂ ਹੋ ਕੇ ਮਿਲਿਆ, ਜੀ ਆਇਆਂ ਨੂੰ ਆਖਿਆ ਕਿ ਸੱਜਣੋ ਆਓ, ਜੀ ਆਇਆਂ ਨੂੰ, ਮੈਂ ਤੁਹਾਨੂੰ ਬੜੇ ਦਿਨ ਦਾ ਉਡੀਕ ਰਿਹਾ ਸੀ, ਮੇਰਾ ਇੱਥੇ ਚਿੱਤ ਨਹੀਂ ਸੀ ਲੱਗਦਾ। ਜੀ ਆਇਆਂ ਨੂੰ ਆਖਿਆ, ਉਹਨਾਂ ਨੂੰ ਜਾਣ ਵਾਸਤੇ ਤਿਆਰ ਹੋ ਗਿਆ ਨਾਲ। ਤੇ ਹੁਣ ਜਿੰਨੇ ਸਾਰਾ ਕੁਝ ਗਵਾ ਲਿਆ ਸੀ, ਉਹਨੇ ਜੀ ਆਇਆਂ ਨੂੰ ਤੇ ਕੀ ਆਖਣਾ ਸੀ, ਉਹ ਤਾਂ ਲੁਕ ਗਿਆ। ਪਰ ਅਗਲੇ ਕਿਹੜਾ ਛੱਡਦੇ, ਅਗਲਿਆਂ ਨੇ ਲੱਭ ਲਿਆ ਤੇ ਇਹਨੂੰ ਹੱਥ ਕੜੀਆਂ ਲਾ ਦਿੱਤੀਆਂ। ਇਹਦਾ ਕੀ ਭਰੋਸਾ, ਅਸੀਂ ਅੱਜ ਆਏ ਆ ਤੇ ਅੱਜ ਲੁਕ ਗਿਆ, ਕੱਲ ਨੂੰ ਇਹਨੂੰ ਲੈ ਕਰਕੇ ਤੁਰੀਏ, ਰਸਤੇ ਵਿੱਚੋਂ ਫਿਰ ਕਿਤੇ ਦੌੜ ਜਾਵੇ, ਇਹਦੇ ਪਿੱਛੇ ਪਿੱਛੇ ਕਿੱਥੇ ਦੌੜਾਂਗੇ। ਉਹਨਾਂ ਨੇ ਹੱਥ ਕੜੀਆਂ ਲਾ ਲਈਆਂ, ਹੱਥ ਕੜੀਆਂ ਲਾ ਕੇ ਗੱਡੀ ਵਿੱਚ ਸੁੱਟ ਲਏ। ਜਾ ਕਰਕੇ ਮਾਲਕ ਦੇ ਸਾਹਮਣੇ ਦੋਨਾਂ ਨੂੰ ਪੇਸ਼ ਕੀਤਾ ਕਿ ਮਾਲਕ ਆਹ ਲਓ, ਤੁਹਾਡੇ ਦੋਨੋਂ ਵਪਾਰੀ ਹੈ, ਇੱਕ ਨੇ ਪੂੰਜੀ ਕਮਾਈ ਹੈ, ਇੱਕ ਨੇ ਨਫਾ ਕਮਾਇਆ ਹੈ। ਇਹ ਤੇ ਪਹਿਲਾਂ ਹੀ ਆਉਣ ਵਾਸਤੇ ਤਿਆਰੀ ਕੱਸੀ ਫਿਰਦਾ ਸੀ, ਇਹ ਤੇ ਵਿਹਲਾ ਸੀ ਉੱਥੇ ਕਿਉਂਕਿ ਨਫਾ ਕਮਾਇਆ ਹੈ। ਤੇ ਮਾਲਕ ਜੀ ਆ ਜਿਹੜਾ ਉਹ ਸੱਜਣ ਜੇ ਆ ਵਪਾਰੀ ਜਿਹੜਾ ਇਹ ਤੇ ਗਾਇਬ ਹੋ ਗਿਆ ਸੀ, ਸਾਨੂੰ ਵੇਖ ਕੇ ਇਹ ਤੇ ਲੁਕ ਗਿਆ ਸੀ, ਅਸੀਂ ਤੇ ਬੜੀ ਮੁਸ਼ਕਲ ਦੇ ਨਾਲ ਢੂੰਡ ਕੇ ਲੱਭ ਕੇ ਲੈ ਕਰਕੇ ਆਏ ਆ, ਬੰਨ ਕੇ ਇਹਨੂੰ ਲਿਆਂਦਾ ਹੈ। ਤੇ ਹੁਣ ਸਾਧ ਸੰਗਤ ਜੀ, ਜਿਹੜੇ ਨੇ ਤੇ ਵਪਾਰ ਕੀਤਾ ਸੀ ਠੀਕ ਤਰੀਕੇ ਦੇ ਨਾਲ, ਮਾਲਕ ਨੇ, ਸ਼ਾਹ ਨੇ ਕੀ ਕੀਤਾ, ਉਹਨੂੰ ਜੀ ਆਇਆਂ ਨੂੰ ਆਖਿਆ ਤੇ ਅੱਗੋਂ ਤੋਂ ਉਹਦਾ ਅਹੁਦਾ ਵਧਾ ਦਿੱਤਾ। ਤੇ ਸੱਜਣਾ ਤੇਰਾ ਅਹੁਦਾ ਵਧਾ ਦਿੱਤਾ, ਸਤਿਕਾਰ ਕੀਤਾ, ਮਾਣ ਵੀ ਕੀਤਾ। ਤੇ ਜਿਹੜਾ ਲੁਕ ਗਿਆ ਸੀ ਉਹਨੂੰ ਸਜ਼ਾ ਦਿੱਤੀ, ਕਾਲ ਕੋਠੜੀ ਵਿੱਚ ਹੀ ਬੰਦ ਕਰਨਾ ਸੀ। ਕੀ ਕਰਦਾ ਹੋਰ ਕਿ ਤੂੰ ਤੇ ਮੇਰੀ ਦਿੱਤੀ ਹੋਈ ਪੂੰਜੀ ਵੀ ਗਵਾ ਕੇ ਆ ਗਿਆ, ਉਹਨੂੰ ਸਜ਼ਾ ਇਹ ਦਿੱਤੀ। ਠੀਕ ਸਾਧ ਸੰਗਤ ਜੀ, ਇਹ 2 ਵਪਾਰੀ ਹਨ। ਕੌਣ ਹਨ 2 ਵਪਾਰੀ? ਇੱਕ ਹੈ ਗੁਰਮੁਖ ਤੇ ਇੱਕ ਹੈ ਮਨਮੁਖ। ਪਰਮਾਤਮਾ ਦੇ ਘਰ ਦੇ ਵਿੱਚੋਂ ਹਰ ਇੱਕ ਵਪਾਰੀ ਤੁਰਦਾ ਏ, ਪਰਮਾਤਮਾ ਸਾਰਿਆਂ ਨੂੰ ਸਵਾਸਾਂ ਦੀ ਪੂੰਜੀ ਦਿੰਦਾ ਹੈ ਤੇ ਸਾਰਿਆਂ ਨੂੰ ਇੱਕ ਹੀ ਸੰਦੇਸ਼ ਦਿੱਤਾ ਹੈ ਕਿ ਸੱਜਣੋ ਜਾਓ, ਸੰਸਾਰ ਦੇ ਵਿੱਚ ਵਪਾਰ ਕਰੋ, ਸੱਚ ਦਾ ਵਪਾਰ। ਇੱਕ ਆਉਂਦਾ ਹੈ ਰੱਬ ਦਾ ਪਿਆਰਾ ਗੁਰਮੁਖ, ਉਹ ਤੇ ਸਵਾਸਾਂ ਦੇ ਨਾਲ ਨਾਮ ਦੀ ਪੂੰਜੀ ਖੱਟਦਾ ਹੈ। ਜੋ ਕੁਝ ਪਰਮਾਤਮਾ ਨੇ ਦਿੱਤਾ ਸੀ ਉਹਦੇ ਨਾਲੋਂ ਕਈ ਗੁਣੇ ਵੱਧ ਸਵਾਸਾਂ ਨੂੰ ਖਰਚਦਾ ਹੈ ਤੇ ਸਵਾਸਾਂ ਦੇ ਨਾਲ ਨਾਮ ਰੂਪੀ ਧਨ ਦੇ ਗੱਡੇ ਭਰ ਲੈਂਦਾ ਹੈ। ਤੇ ਉਹ ਰੱਬ ਦਾ ਪਿਆਰਾ ਡੀਕਦਾ ਹੈ ਕਿ ਕਦੋਂ ਮੈਨੂੰ ਸੰਦੇਸ਼ ਆਵੇ ਪਰਮਾਤਮਾ ਦਾ ਤੇ ਮੈਂ ਪਰਮਾਤਮਾ ਦੇ ਘਰ ਦੇ ਵਿੱਚ ਜਾਵਾਂ। ਰੱਬ ਦੇ ਪਿਆਰੇ ਡੀਕਦੇ ਹੈ ਕਿ ਕਦੋਂ ਪਰਮਾਤਮਾ ਦੇ ਨਾਲ ਮਿਲਾਪ ਹੋਵੇ, ਕਦੋਂ ਸਾਡਾ ਇਹ ਸਰੀਰ ਦਾ ਭਾਂਡਾ ਫੁੱਟੇ ਤੇ ਅਸੀਂ ਰੱਬ ਦੇ ਵਿੱਚ ਅਭੇਦ ਹੋ ਜਾਈਏ। ਗੁਰਮੁਖ ਜਨਮ ਸਵਾਰ ਦਰਗਹ ਚੱਲਿਆ, ਸੱਚੀ ਦਰਗਹ ਜਾਏ, ਸੱਚਾ ਪਿੜ ਮੱਲਿਆ। ਗੁਰਮੁਖ ਸੱਦੇ ਜਾਨ ਆਵਨ ਘੱਲਿਆ, ਭਾਈ ਗੁਰਦਾਸ ਕਹਿੰਦੇ ਹਨ। ਰੱਬ ਦੇ ਪਿਆਰੇ ਜਿਹੜੇ ਹਨ ਉਹ ਤੇ ਉਡੀਕ ਕਰ ਰਹੇ ਹਨ ਕਿ ਕਦੋਂ ਪਰਮਾਤਮਾ ਦਾ ਸੰਦੇਸ਼ ਆਵੇ ਤੇ ਅਸੀਂ ਉਹਦੇ ਕੋਲ ਜਾਈਏ, ਕਿਉਂਕਿ ਉਹਨਾਂ ਨੇ ਨਾਮ ਦਾ ਲਾਹਾ ਖੱਟਿਆ ਹੈ। ਤੇ ਦੂਜੇ ਪਾਸੇ ਮਨਮੁਖ ਵਪਾਰੀ ਜਿਹੜਾ ਹੈ ਉਹ ਤੇ ਦਿੱਤੀ ਹੋਈ ਪੂੰਜੀ ਨੂੰ ਗਵਾ ਬੈਠਾ। ਉਹ ਤੇ ਕਹਿੰਦਾ ਕਿ ਉਹ ਸਮਾਂ ਹੀ ਨਾ ਆਵੇ ਜਦੋਂ ਮੈਨੂੰ ਰੱਬ ਕੋਲ ਜਾਣਾ ਪਵੇ, ਪਰ ਸਮਾਂ ਤੇ ਵੱਜਾ ਹੈ, ਸਮਾਂ ਤੇ ਆ ਜਾਵੇਗਾ। ਆਉਂਦੇ ਆ ਧਰਮਰਾਜ ਦੇ ਦੂਤ ਆ ਕਰਕੇ ਇਹਨੂੰ ਫੜਦੇ ਆ। ਇਹ ਦੌੜਨਾ ਚਾਹੁੰਦਾ ਹੈ ਪਰ ਉਹ ਬੰਨ ਲੈਂਦੇ। ਆਪੇ ਨਹੀਂ ਹੈ ਭੋਗ, ਬਾਣੀ ਵਿੱਚ ਗੁਰੂ ਸਾਹਿਬਾਂ ਨੇ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਨੇ ਆਪੇ ਨਹੀਂ ਹੈ ਭੋਗ, ਭੋਗ ਕਹੇ ਹੋਏ ਭਸਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਉਹਦੇ ਗਲ ਵਿੱਚ ਸੰਗਲ ਪਾ ਲੈਂਦੇ ਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਉੱਥੇ ਤੇਰੀ ਕਰਨੀ ਵਾਚੀ ਜਾਵੇਗੀ ਕਿ ਤੂੰ ਕੀ ਕਰਕੇ ਆਇਆ। ਬਹਿ ਲੇਖਾ ਕਰ ਸਮਝਾਇਆ, ਬਹਿ ਕੇ ਤੇਰੇ ਨਾਲ ਹਿਸਾਬ ਕਿਤਾਬ ਕੀਤਾ ਜਾਵੇਗਾ ਤੇ ਬਕਾਇਦਾ ਤੈਨੂੰ ਸਮਝਾਇਆ ਜਾਵੇਗਾ। ਜਿਵੇਂ ਕੋਈ ਸ਼ਾਹੂਕਾਰ ਇੱਕ ਵਪਾਰੀ ਨੂੰ ਸਮਝਾਉਂਦਾ ਹੈ ਕਿ ਸੱਜਣਾ ਤੂੰ ਇੰਨਾ ਨਫਾ ਖੱਟਿਆ ਹੈ ਤੇ ਇੰਨਾ ਨੁਕਸਾਨ ਕੀਤਾ। ਉੱਥੇ ਕੋਈ ਇਹ ਨਹੀਂ ਤੇਰੇ ਨਾਲ ਧੱਕਾ ਕੀਤਾ ਜਾਵੇਗਾ, ਤੈਨੂੰ ਬਹਿ ਕਰਕੇ ਚੱਜ ਨਾਲ ਸਮਝਾਇਆ ਜਾਵੇਗਾ ਕਿ ਸੱਜਣਾ ਆ ਵੇਖ,
ਆ ਭੈੜੇ ਤੂੰ ਸੰਸਾਰ ਵਿੱਚ ਜਾ ਕੇ ਕਰਮ ਕੀਤੇ ਆ, ਇਹ ਮੰਦੇ ਕਰਮ ਕੀਤੇ ਆ, ਇਹਨਾਂ ਮੰਦਿਆਂ ਕਰਮਾਂ ਦੀ ਤੈਨੂੰ ਇਹ ਸਜ਼ਾਏ ਦਿੱਤੀ ਜਾ ਰਹੀ ਹੈ। ਤੇਰੇ ਨਾਲ ਕੋਈ ਧੋਖਾ ਨਹੀਂ ਹੋਣਾ ਉੱਥੇ, ਕਿਉਂਕਿ ਉੱਥੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ, ਸੱਚਾ ਦਰਬਾਰ। ਉਹ ਰੱਬ ਦਾ ਦਰਬਾਰ ਸੱਚਾ ਹੈ। ਉੱਥੇ ਨਹੀਂ ਕੋਈ ਕਿਸੇ ਦੀ ਹੁਕਮ ਨਹੀਂ ਉੱਥੇ ਚੱਲਣਾ ਕਿਸੇ ਦਾ। ਸਤਿਗੁਰੂ ਕਹਿੰਦੇ ਹਨ ਉਹ ਸੱਚਾ ਆਪ, ਵਾਹਿਗੁਰੂ ਆਪ ਵੀ ਸੱਚਾ ਹੈ, ਉਹਦਾ ਦਰਬਾਰ ਸੱਚਾ ਹੈ, ਉਹਦੇ ਦਰਬਾਰ ਦੇ ਜਿੰਨੇ ਅਹਿਲਕਾਰ ਹਨ ਉਹ ਵੀ ਸੱਚੇ ਹਨ। ਕਈ ਵਾਰੀ ਸਾਧ ਸੰਗਤ ਜੀ ਇੰਜ ਹੁੰਦਾ ਹੈ, ਆਪਾਂ ਸੰਸਾਰੀ ਤੌਰ ਤੇ ਕਹਿੰਦੇ ਨੇ ਕਿ ਫਲਾਨਾ ਰਾਜਾ ਜਿਹੜਾ ਉਹ ਤਾਂ ਬੜਾ ਚੰਗਾ ਹੈ, ਫਲਾਨਾ ਲੀਡਰ ਜਿਹੜਾ ਹੈ ਬੜਾ ਚੰਗਾ ਹੈ, ਪਰ ਜਿਹੜੇ ਉਹਦੇ ਨਾਲ ਦੇ ਹਨ, ਉਹਦੇ ਜਿਹੜੇ ਸਾਥੀ ਆ ਉਹ ਬੜੇ ਭੈੜੇ ਆ, ਉਹ ਬੜੇ ਗੰਦੇ ਆ, ਉਹ ਰਿਸ਼ਵਤਖੋਰ ਹੈ। ਪਰ ਸਤਿਗੁਰੂ ਕਹਿੰਦੇ ਹਨ ਨਹੀਂ, ਪਰਮਾਤਮਾ ਇੱਕ ਐਸਾ ਰਾਜਾ ਜਿਹੜਾ ਆਪ ਵੀ ਸੱਚਾ ਹੈ ਤੇ ਉਹਦਾ ਦਰਬਾਰ ਵੀ ਸੱਚਾ ਹੈ, ਉਹਦੇ ਦਰਬਾਰ ਦੇ ਅਹਿਲਕਾਰ ਵੀ ਸੱਚੇ ਹਨ। ਆਪਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੁਆ ਦੁਨੀਦਾਰ ਗਲ ਸੰਗਲ ਘਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪੌਧੀ ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੈ ਜਨਮ ਗਵਾਇਆ। ਸਤਿਗੁਰੂ ਕਹਿੰਦੇ ਹਨ ਉਸ ਰੱਬ ਦੇ ਘਰ ਦੇ ਵਿੱਚ, ਪਰਮਾਤਮਾ ਦੇ ਘਰ ਦੇ ਵਿੱਚ ਤੇਰਾ ਹਿਸਾਬ ਕਿਤਾਬ ਹੋਵੇਗਾ। ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ ਅੱਜ ਦੇ ਪਾਵਨ ਸ਼ਬਦ ਦੇ ਵਿੱਚ, ਖਖੈ ਖੁੰਦਕਾਰ ਸ਼ਾਹ ਆਲਮ। ਉਹ ਵਾਹਿਗੁਰੂ ਅਕਾਲ ਪੁਰਖ ਖੁੰਦਕਾਰ ਪਰਮਾਤਮਾ ਜਿਹੜਾ ਸਾਰਿਆਂ ਦਾ ਮਾਲਕ ਹੈ, ਜਿਹੜਾ ਸਾਰੀ ਦੁਨੀਆ ਦਾ ਸ਼ਾਹ ਹੈ। ਕਾਰ ਖਰੀਦ ਜਿਨ ਖਰਚ ਦਿਆ, ਜਿਸ ਵਾਹਿਗੁਰੂ ਨੇ ਤੈਨੂੰ ਖਰਚਾ ਦੇ ਕਰਕੇ ਭੇਜਿਆ ਹੈ ਨਾ ਜ਼ਿੰਦਗੀ ਦਾ, ਸਤਿਗੁਰੂ ਕਹਿੰਦੇ ਹਨ ਉਹਦੀ ਦੱਸੀ ਹੋਈ ਖਰੀਦ ਕਰ। ਜਿਹੜੀ ਖਰੀਦ ਉਸਨੇ ਆਖੀ ਹੈ ਉਹ ਖਰੀਦ ਕਰ। ਤੇ ਗੁਰਬਾਣੀ ਦੇ ਵਿੱਚ ਤੇ ਸਾਧ ਸੰਗਤ ਜੀ ਗੁਰੂ ਸਾਹਿਬਾਂ ਨੇ ਸਾਨੂੰ ਰਸਤਾ ਹੀ ਬੜਾ ਸੌਖਾ ਦੱਸਿਆ ਖਰੀਦ ਕਰਨ ਦਾ। ਸਤਿਗੁਰੂ ਕਹਿੰਦੇ ਹਨ ਕਿਵੇਂ ਖਰੀਦ ਕਰਨੀ ਹੈ, ਜਿਹਦੀ ਕਿਰਪਾ ਦੇ ਨਾਲ ਤੈਨੂੰ ਇਹ ਸੋਹਣਾ, ਸਾਰਿਆਂ ਤੋਂ ਪਹਿਲਾਂ ਤੇ ਸਾਧ ਸੰਗਤ ਜੀ ਇਹ ਸਰੀਰ ਹੈ। ਜੇ ਸਾਨੂੰ ਸਰੀਰ ਹੀ ਨਹੀਂ ਮਿਲਿਆ ਤੇ ਫਿਰ ਆਪਾਂ ਕਿਵੇਂ ਖਰੀਦਦਾਰੀ ਕਰਾਂਗੇ। ਸਾਰਿਆਂ ਤੋਂ ਪਹਿਲਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਉਸ ਵਾਹਿਗੁਰੂ ਦਾ, ਅਕਾਲ ਪੁਰਖ ਦਾ ਤੂੰ ਸਰੀਰ ਵੇਖ ਕੇ ਹੀ ਧੰਨਵਾਦ ਕਰ। ਹੋ ਸਕਦਾ ਤੈਨੂੰ ਧਨ ਨਾ ਮਿਲਿਆ ਹੋਵੇ, ਹੋ ਸਕਦਾ ਹੈ ਤੂੰ ਸੰਸਾਰ ਦੇ ਵਿੱਚ ਗਰੀਬ ਹੋਵੇਂ, ਤੇਰੇ ਕੋਲ ਦੂਜਿਆਂ ਦੇ ਨਾਲੋਂ ਹੋਰ ਸਹੂਲਤਾਂ ਘੱਟ ਹੋਣ, ਪਰ ਸਰੀਰ ਤੇ ਸਾਡੇ ਕੋਲ ਸਾਰਿਆਂ ਕੋਲ ਹੀ ਹੈ ਨਾ। ਸਤਿਗੁਰੂ ਕਹਿੰਦੇ ਹਨ ਜਿਹਦੀ ਕਿਰਪਾ ਦੇ ਨਾਲ ਤੈਨੂੰ ਅਰੋਗ ਕੰਚਨ ਵਰਗਾ ਸਰੀਰ ਮਿਲਿਆ ਹੈ, ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ। ਘੱਟੋ ਘੱਟ ਸਰੀਰ ਵੇਖ ਕੇ ਉਹਨੂੰ ਤੂੰ ਅਰਾਧੀ ਜਾ, ਸਰੀਰ ਵੇਖ ਕੇ ਉਹਦਾ ਸ਼ੁਕਰ ਕਰ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵਹੁ ਤਿਸ ਰਾਮ ਸਨੇਹੀ। ਜਿਹਦੀ ਕਿਰਪਾ ਦੇ ਨਾਲ ਤੈਨੂੰ ਅਰੋਗ ਸਰੀਰ ਮਿਲ ਗਿਆ ਹੈ, ਹੋਰ ਤੈਨੂੰ ਕੀ ਚਾਹੀਦਾ? ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ। ਲਿਵ ਲਾਵਹੁ ਸੁਰਤ ਜੋੜ ਤਿਸ ਰਾਮ ਸਨੇਹੀ, ਉਹਦਾ ਸਨੇਹੀ ਬਣ ਕੇ, ਉਹਦਾ ਪਿਆਰਾ ਬਣ ਕੇ। ਜਿਹ ਪ੍ਰਸਾਦ, ਸਰੀਰ ਦੀ ਹੀ ਗੱਲ ਕਰਦਿਆਂ ਹੋਏ ਗੁਰੂ ਸਾਹਿਬ ਜੀ ਕਹਿੰਦੇ ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਜਿਹ ਪ੍ਰਸਾਦ ਪਿੱਖ ਹੈ ਬਿਸਮਾਦ। ਜਿਹਦੀ ਕਿਰਪਾ ਦੇ ਨਾਲ ਤੂੰ ਕੰਨਾਂ ਦੇ ਨਾਲ ਸੁਣਦਾ ਹੈ। ਹੁਣ ਜਿਹਦਾ ਸਾਧ ਸੰਗਤ ਜੀ ਸਰੀਰ ਰੋਗੀ ਹੋਵੇ, ਕੰਨਾਂ ਦੇ ਨਾਲ ਸੁਣਦਾ ਨਾ ਹੋਵੇ, ਜ਼ੁਬਾਨ ਦੇ ਨਾਲ ਜਿਹਦੇ ਕੋਲ ਬੋਲਿਆ ਨਾ ਜਾਂਦਾ ਹੋਵੇ, ਹੱਥ ਪੈਰ ਕੰਮ ਨਾ ਕਰਦੇ ਹੋਣ, ਉਹਦੀ ਕੀ ਹਾਲਤ ਹੋਵੇਗੀ? ਬੜੀ ਬੁਰੀ ਹਾਲਤ ਹੈ। ਸਤਿਗੁਰੂ ਕਹਿੰਦੇ ਹਨ ਜੇ ਤੈਨੂੰ ਸੋਹਣਾ ਸਰੀਰ ਅਰੋਗ ਮਿਲ ਗਿਆ, ਹੱਥ ਪੈਰ ਤੇਰੇ ਕੰਮ ਕਰਦੇ ਐ, ਅੱਖਾਂ ਦੇ ਨਾਲ ਤੂੰ ਵੇਖ ਸਕਦਾ, ਕੰਨਾਂ ਦੇ ਨਾਲ ਤੂੰ ਸੁਣ ਸਕਦਾ, ਜੇ ਇੰਨਾ ਕੁਝ ਮਿਲ ਗਿਆ ਫਿਰ ਤੂੰ ਕਿਉਂ ਨਹੀਂ ਸ਼ੁਕਰਾਨਾ ਕਰਦਾ? ਕਿਉਂ ਉਹਨੂੰ ਭੁਲਾਈ ਫਿਰਦਾ ਹੈ? ਉਹਦਾ ਦੱਸਿਆ ਹੋਇਆ ਵਪਾਰ ਕਰ। ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਜਿਹ ਪ੍ਰਸਾਦ ਪਿੱਖ ਹੈ ਬਿਸਮਾਦ, ਜਿਹ ਪ੍ਰਸਾਦ ਹਸਤ ਕਰ ਚਲਾ ਹੈ, ਜਿਹ ਪ੍ਰਸਾਦ ਸੰਪੂਰਨ ਫਲ ਹੈ। ਕਰ ਤੂੰ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰ, ਤੂੰ ਉਸ ਪ੍ਰਮਾਤਮਾ ਦਾ ਦੱਸਿਆ ਹੋਇਆ ਵਪਾਰ। ਖਖੈ ਖੁੰਦਕਾਰ ਸਾਹ ਆਲਮ, ਕਰ ਖਰੀਦ ਜਿਨ ਖਰਚ ਦਿਆ, ਜਿਹਨੇ ਤੈਨੂੰ ਇਹ ਸਾਰਾ ਖਰਚਾ ਜਿਸ ਵਾਹਿਗੁਰੂ ਨੇ ਦਿੱਤਾ ਹੋਇਆ ਹੈ। ਫਿਰ ਸਤਿਗੁਰੂ ਕਹਿੰਦੇ ਹਨ, ਫਿਰ ਗੁਰੂ ਸਾਹਿਬਾਂ ਨੇ ਰਹਿਣ ਸਹਿਣ ਦੀ ਗੱਲ ਕੀਤੀ। ਸਤਿਗੁਰੂ ਕਹਿੰਦੇ ਹਨ ਜਿਹਦੀ ਕਿਰਪਾ ਦੇ ਨਾਲ ਸੋਹਣੇ ਮਹੱਲਾਂ ਵਿੱਚ, ਘਰਾਂ ਵਿੱਚ ਰਹਿੰਦਾ ਹੈ, ਚਿੱਤ ਲਾ ਉਸ ਵਾਹਿਗੁਰੂ ਦੇ ਵਿੱਚ। ਜਿਹ ਪ੍ਰਸਾਦ ਬਸਹਿ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਸੁਖ ਸੇਜ ਸੋਈਜੈ। ਇਹੋ ਜਿਹੇ ਲੋਕ ਸੰਸਾਰ ਦੇ ਵਿੱਚ ਪਏ ਐ ਸਾਧ ਸੰਗਤ ਜੀ। ਆਪਾਂ ਵੇਖਦੇ ਹਾਂ ਕਈ ਵਾਰੀ ਫੁੱਟਪਾਥ ਤੇ, ਸੜਕ ਦੇ ਕਿਨਾਰਿਆਂ ਤੇ ਉੱਪਰ ਉਹ ਲੋਕ ਸੁੱਤੇ ਐ, ਇੰਨੇ ਗਰੀਬ ਹੈ। ਸਤਿਗੁਰੂ ਕਹਿੰਦੇ ਨੇ ਜਿਹਦੀ ਕਿਰਪਾ ਦੇ ਨਾਲ, ਜਿਹ ਪ੍ਰਸਾਦ ਸੁਖ ਸੇਜ ਸੋਈਜੈ, ਸੋਹਣੀ ਸੇਜਾਂ ਦੇ ਉੱਪਰ ਤੂੰ ਸੌਣਾ ਹੈ। ਜਿਹ ਪ੍ਰਸਾਦ ਸੁਖ ਸੇਜ ਸੋਈਜੈ, ਮਨ ਤਾਕੋ ਜਸ ਗਾਵੀਜੈ। ਸਤਿਗੁਰੂ ਕਹਿੰਦੇ ਹਨ ਉਹਦਾ ਜਸ ਗਾ, ਉਹਦੀ ਸਿਫਤ ਕਰ, ਉਹਦੀ ਵਡਿਆਈ ਕਰ। ਜਿਹਦੀ ਕਿਰਪਾ ਦੇ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ। ਇੱਕੋ ਅਸ਼ਟਪਦੀ ਵਿੱਚ ਗੁਰੂ ਸਾਹਿਬਾਂ ਨੇ ਬਾਰ-ਬਾਰ ਸਾਰਾ ਕੁਝ ਹੀ ਦਰਸਾਇਆ। ਸੁਖਮਨੀ ਸਾਹਿਬ ਦੀ
ਅਸ਼ਟਪਦੀ ਵਿੱਚ, ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰਖ ਮਨ ਮਾਹੇ। ਜਿਹਦੀ ਕਿਰਪਾ ਦੇ ਨਾਲ ਸਰੀਰ ਦੇ ਉੱਪਰ ਵਸਤਰ ਪਾ ਰਿਹਾ, ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੈ ਹੈ, ਤਿਸ ਹੈ ਤਿਆਗ ਕਤ ਅਬਰ ਲੁਭਾਵੈ ਹੈ। ਉਹਨੂੰ ਕਿਉਂ ਛੱਡ ਰਿਹਾ ਹੈ? ਜਿਹ ਪ੍ਰਸਾਦ ਆਸੂ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਜਿਹਦੀ ਕਿਰਪਾ ਦੇ ਨਾਲ ਤੇਰੇ ਕੋ ਅਸਵਾਰ, ਆਸੂ ਦਾ ਭਾਵ ਹੁੰਦਾ ਹੈ ਘੋੜਾ, ਹਸਤ ਅਸਵਾਰੀ ਇਹ ਤੇਰੇ ਕੋ ਹਾਥੀ ਘੋੜੇ ਸਵਾਰੀਆਂ ਹਨ। ਕਹਿਣ ਦਾ ਭਾਵ ਜਿਹੜੀਆਂ ਸਵਾਰੀਆਂ ਆਪਾਂ ਵਰਤੋਂ ਕਰ, ਜਿਹਦੀ ਕਿਰਪਾ ਤੂੰ ਮੋਟਰਸਾਈਕਲ ਤੇ ਚੜ੍ਹ ਕੇ ਚੱਲਦਾ ਹੈ, ਜਿਹਦੀ ਕਿਰਪਾ ਦੇ ਨਾਲ ਕਾਰ ਦੇ ਉੱਪਰ ਚੜ੍ਹ ਕੇ ਚੱਲਦਾ ਹੈ, ਜਿਹਦੀ ਕਿਰਪਾ ਦੇ ਨਾਲ ਤੂੰ ਜਹਾਜ਼ਾਂ ਦੇ ਵਿੱਚ ਚੜ੍ਹ ਕੇ ਤੁਰਿਆ ਫਿਰਦਾ ਹੈ। ਲਾ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਨਾਲ ਸਨੇਹ। ਇਹ ਦਿੱਤਾ ਹੋਇਆ ਉਹਦਾ ਹੈ, ਉਹਦੀ ਕਿਰਪਾ ਦੇ ਨਾਲ ਉਹਦਾ ਦਿੱਤਾ ਹੋਇਆ ਖਰਚ ਤੂੰ ਕਰ ਰਿਹਾ ਹੈ, ਉਹਦੇ ਦਿੱਤੇ ਹੋਏ ਵਸਤਰ ਹੰਢਾ ਰਿਹਾ ਹੈ, ਉਹਦਾ ਦਿੱਤਾ ਹੋਇਆ ਤੂੰ ਖਾ ਰਿਹਾ ਹੈ, ਉਹਦੇ ਦਿੱਤੇ ਹੋਈ ਅਮੋਲਕ ਜ਼ਿੰਦਗੀ ਤੂੰ ਹੰਢਾ ਰਿਹਾ ਹੈ, ਉਹਦੇ ਦਿੱਤੇ ਹੋਏ ਅਮੋਲਕ ਸਵਾਸਾਂ ਨੂੰ ਤੂੰ ਭੋਗ ਰਿਹਾ ਹੈ। ਸਤਿਗੁਰੂ ਕਹਿੰਦੇ ਹਨ ਖਰਚ ਤੂੰ ਰੱਬ ਦਾ ਦਿੱਤਾ ਕਰ ਰਿਹਾ ਹੈ, ਤੇ ਵਪਾਰ ਕਿਸੇ ਹੋਰ ਦਾ ਕਰੇ, ਪੂਜਾ ਕਿਸੇ ਹੋਰ ਦੀ ਕਰੇ, ਤੇ ਫਿਰ ਤੂੰ ਰੱਬ ਦੇ ਘਰ ਵਿੱਚ ਪ੍ਰਵਾਨ ਹੋਵੇਂਗਾ? ਨਹੀਂ ਹੋਵੇਂਗਾ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਹਨ, ਖੱਖੇ ਅੱਖਰ ਦੇ ਦੁਆਰਾ ਉਪਦੇਸ਼ ਦੇ ਰਹੇ ਹਨ। ਖੱਖੈ ਖੁੰਦਕਾਰ ਸ਼ਾਹ ਆਲਮ, ਉਹ ਵਾਹਿਗੁਰੂ ਸਾਰੀ ਦੁਨੀਆ ਦਾ ਸ਼ਾਹ ਹੈ, ਉਹ ਖੁੰਦਕਾਰ ਹੈ। ਸਤਿਗੁਰੂ ਕਹਿੰਦੇ ਹਨ ਕਰ ਖਰੀਦ ਜਿਨ ਖਰਚ ਦਿਆ, ਜਿਸ ਵਾਹਿਗੁਰੂ ਨੇ ਤੈਨੂੰ ਇੰਨਾ ਖਰਚਾ ਦਿੱਤਾ ਹੈ ਜ਼ਿੰਦਗੀ ਦਾ, ਇੰਨੇ ਪਦਾਰਥ ਦਿੱਤੇ ਹਨ, ਉਸ ਪਰਮਾਤਮਾ ਦਾ ਖਰਚਾ ਕਰ ਰਿਹਾ ਹੈ ਦਿੱਤਾ ਹੋਇਆ, ਤੇ ਉਹਦੀ ਦੱਸੀ ਹੋਈ ਖਰੀਦ ਨੂੰ ਹੈ ਵਪਾਰੀ ਜੀਵ ਤੂੰ ਕਰਨਾ ਕਰ। ਬੰਧਨ ਜਾ ਕੈ ਸਭ ਜਗ ਬਾਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਬੰਧਨ ਜਾ ਕੈ ਸਭ ਜਗ ਬਾਂਧਿਆ। ਜਿਸ ਪਰਮਾਤਮਾ ਦੇ ਬੰਧਨ ਦਾ ਭਾਵ ਹੈ ਇੱਥੇ ਸਾਧ ਸੰਗਤ ਜੀ ਕਾਇਦਾ ਤੇ ਕਾਨੂੰਨ। ਜਿਸ ਪਰਮਾਤਮਾ ਦੇ ਕਾਇਦੇ ਤੇ ਕਾਨੂੰਨ ਦੇ ਵਿੱਚ ਸਾਰਾ ਸੰਸਾਰ ਬੱਝਿਆ ਹੋਇਆ ਹੈ। ਅਵਰੀ ਕਾ ਨਹੀਂ ਹੁਕਮ ਪਿਆ। ਸਤਿਗੁਰੂ ਕਹਿੰਦੇ ਹਨ ਹੋਰ ਕਿਸੇ ਦਾ ਕੋਈ ਹੁਕਮ ਨਹੀਂ, ਉਸ ਵਾਹਿਗੁਰੂ ਦਾ ਹੁਕਮ ਹੈ। ਉਹਦੇ ਬੰਧਨ ਦੇ ਵਿੱਚ, ਹੁਕਮ ਰੂਪੀ ਬੰਧਨ ਦੇ ਵਿੱਚ, ਉਹਦੇ ਕਾਇਦੇ ਕਾਨੂੰਨ ਦੇ ਵਿੱਚ ਸਾਰਾ ਸੰਸਾਰ ਜਿਹੜਾ ਹੈ ਇਹ ਬੱਝਾ ਹੋਇਆ ਹੈ। ਇੱਕ ਪੰਕਤੀ ਆਪਾਂ ਹੋਰ ਰੋਜ਼ ਹੀ ਪੜ੍ਹਦੇ ਹਾਂ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਹਰ ਇੱਕ ਜੀਵ ਜਿਹੜਾ ਹੈ ਇਹ ਹੁਕਮ ਦੇ ਵਿੱਚ ਹੈ, ਹੁਕਮ ਤੋਂ ਬਾਹਰ ਕੋਈ ਨਹੀਂ। ਪਰ ਗੱਲ ਸਿਰਫ ਇੰਨੀ ਹੈ ਕਿ ਇਹ ਹੁਕਮ ਮੰਨਣ ਵਾਸਤੇ ਤਿਆਰ ਨਹੀਂ। ਇਹ ਮੰਨਦਾ ਨਹੀਂ ਹੈ ਕਿ ਮੈਂ ਹੁਕਮ ਦੇ ਵਿੱਚ, ਹੈ ਹੁਕਮ ਦੇ ਵਿੱਚ। ਸਤਿਗੁਰੂ ਕਹਿੰਦੇ ਹਨ ਹੈ ਤੇ ਤੂੰ ਹੁਕਮ ਦੇ ਵਿੱਚ। ਜੇ ਹੁਕਮ ਦੇ ਵਿੱਚ ਨਹੀਂ ਹੈ, ਹੁਣ ਤੇਰੇ ਉੱਪਰ ਬਾਲ ਅਵਸਥਾ ਸੀ, ਤੇ ਕੌਣ ਚਾਹੁੰਦਾ ਹੈ ਕਿ ਮੇਰੇ ਉੱਪਰੋਂ ਬਾਲ ਅਵਸਥਾ, ਇੰਨੀ ਸੋਹਣੀ ਅਵਸਥਾ, ਬਾਲ ਅਵਸਥਾ ਜਿਹਦੇ ਵਿੱਚ ਨਾ ਕੋਈ ਚਿੰਤਾ ਹੈ, ਨਾ ਕੋਈ ਝੋਰਾ ਹੈ, ਨਾ ਕੋਈ ਫਿਕਰ ਹੈ, ਇਹ ਬਾਲ ਅਵਸਥਾ ਚਲੀ ਜਾਵੇ। ਜੇ ਤੇਰੇ ਵਿੱਚ ਕੋਈ ਤਾਕਤ ਹੈ, ਜੇ ਤੂੰ ਸਮਝਦਾ ਹੈ ਕਿ ਮੇਰਾ ਵੀ ਕੋਈ ਹੁਕਮ ਚੱਲਦਾ, ਫਿਰ ਤੂੰ ਬਾਲ ਅਵਸਥਾ ਦੇ ਵਿੱਚ ਹੀ ਰਹਿ। ਕਿਉਂ ਤੂੰ ਜਵਾਨੀ ਦੇ ਵਿੱਚ ਆਇਆ? ਠੀਕ ਹੈ, ਜਵਾਨੀ ਬੜੀ ਸੋਹਣੀ ਹੈ। ਜੇ ਤੂੰ ਜਵਾਨੀ ਦੇ ਵਿੱਚ ਆ ਗਿਆ ਹੈ ਤੇ ਸਤਿਗੁਰੂ ਕਹਿੰਦੇ ਹਨ ਫਿਰ ਤੂੰ ਜੇ ਇੰਨਾ ਹੀ ਕਿਉਂ ਸਮਝਦਾ ਹੈ ਕਿ ਮੇਰਾ ਹੁਕਮ ਚੱਲਦਾ ਹੈ, ਤੇ ਫਿਰ ਤੂੰ ਬੁਢੇਪੇ ਦੇ ਵਿੱਚ ਕਿਉਂ ਆਇਆ? ਬੁਢੇਪਾ ਤੇ ਬੜਾ ਮਾੜਾ ਹੈ ਨਾ, ਬੜਾ ਦੁੱਖ ਹੈ ਬੁਢੇਪੇ ਦੇ ਵਿੱਚ। ਫਿਰ ਤੂੰ ਜਵਾਨੀ ਦੇ ਵਿੱਚ ਹੀ ਰਹਿ। ਤੇ ਜੇ ਤੂੰ ਬੁਢੇਪੇ ਦੇ ਵਿੱਚ ਆ ਗਿਆ ਤੇ ਫਿਰ ਕੌਣ ਚਾਹੁੰਦਾ ਹੈ ਕਿ ਮੈਨੂੰ ਮੌਤ ਆਵੇ? ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ। ਮਰਨਾ ਤੇ ਕਿਸੇ ਨੂੰ ਭਾਉਂਦਾ ਹੀ ਨਹੀਂ। ਸਤਿਗੁਰੂ ਕਹਿੰਦੇ ਹਨ ਤੇਰੇ ਹੁਕਮ ਦੇ ਨਾਲ ਨਹੀਂ, ਉਹਦੇ ਹੁਕਮ ਦੇ ਨਾਲ ਤੈਨੂੰ ਜੀਵਨ ਮਿਲਿਆ, ਉਹਦੇ ਹੁਕਮ ਦੇ ਨਾਲ ਤੈਨੂੰ ਬਾਲ ਅਵਸਥਾ ਮਿਲੀ, ਉਹਦੇ ਹੁਕਮ ਦੇ ਨਾਲ ਵਿੱਚ ਹੀ ਤੂੰ ਬਾਲ ਅਵਸਥਾ ਤੋਂ ਤੂੰ ਜਵਾਨ ਹੋਇਆ, ਉਹਦੇ ਹੁਕਮ ਦੇ ਵਿੱਚ ਹੀ ਜਵਾਨ ਅਵਸਥਾ ਤੋਂ ਤੂੰ ਬੁੱਢਾ ਵੀ ਹੋ ਗਿਆ, ਤੇ ਉਹਦੇ ਹੁਕਮ ਦੇ ਵਿੱਚ ਹੀ ਬੁਢੇਪੇ ਤੋਂ ਅੱਗੇ ਤੈਨੂੰ ਮੌਤ ਵੀ ਆ ਗਈ। ਹੈ ਹੁਕਮ ਦੇ ਵਿੱਚ ਹੀ ਸਾਰਾ ਕੁਝ। ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਬੰਧਨ ਜਾ ਕੇ ਸਭ ਜਗ ਬਾਂਧਿਆ। ਜਿਸ ਵਾਹਿਗੁਰੂ ਦੇ ਕਾਇਦੇ ਕਾਨੂੰਨ ਦੇ ਵਿੱਚ ਸਾਰਾ ਸੰਸਾਰ ਬੱਝਾ ਹੋਇਆ ਹੈ। ਆਸਾ ਦੀ ਵਾਰ ਦੇ ਵਿੱਚ ਗੁਰੂ ਸਾਹਿਬਾਂ ਨੇ ਜ਼ਿਕਰ ਕੀਤਾ ਹੈ, ਭੈ ਵਿੱਚ ਪਵਨ ਵਹਿ ਸਦਵਾਓ। ਬੰਧਨ, ਕਾਇਦਾ ਤੇ ਕਾਨੂੰਨ। ਕੰਦੀ ਵਹਿਣ ਨਾ ਢਾਹੇ, ਤਉ ਭੀ ਲੇਖਾ ਦੇਵਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ ਕਿ ਦਰਿਆ ਚੜ੍ਹ ਕੇ ਆਇਆ ਹੈ। ਨਗਰ ਨਿਵਾਸੀਆਂ ਨੇ, ਪਿੰਡ ਨਿਵਾਸੀਆਂ ਨੇ ਬਾਬਾ ਫਰੀਦ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਸੀਂ ਪਰਮਾਤਮਾ ਦੇ ਘਰ ਦੇ ਵਿੱਚ, ਖੁਦਾ ਦੇ ਘਰ ਦੇ ਵਿੱਚ ਪ੍ਰਵਾਨ ਚੜ੍ਹੇ ਹੋ, ਇਸ ਦਰਿਆ ਨੂੰ ਜਦਾ ਰੋਕੋ, ਇਹ ਦਰਿਆ ਰੁਕ ਜਾਵੇ, ਸਾਡਾ ਬੜਾ ਨੁਕਸਾਨ ਕਰ ਰਿਹਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਉਸ ਦਰਿਆ ਦੇ ਨਾਲ ਗੱਲਬਾਤ ਕੀਤੀ ਹੈ। ਕਹਿਣ ਲੱਗੇ ਕੰਦੀ ਵਹਿਣ ਨਾ ਢਾਹੇ, ਤਉ ਭੀ ਲੇਖਾ ਦੇਵਣਾ। ਇਹ ਦਰਿਆ ਤੂੰ ਆਪਣੇ ਕਿਨਾਰਿਆਂ ਨੂੰ ਤੋੜ ਕਰਕੇ ਤੇ ਲੋਕਾਂ ਨੂੰ ਵਹਾਈ ਜਾ ਰਿਹਾ, ਤੈਨੂੰ ਵੀ ਲੇਖਾ ਦੇਣਾ ਪੈਣਾ।
ਤੇ ਅੱਗੋਂ ਦਰਿਆ ਨੇ ਜਿਹੜਾ ਉੱਤਰ ਦਿੱਤਾ, ਕਹਿਣ ਲੱਗੇ ਕੰਦੀ ਵਹਿਣ ਨਾ ਢਾਹੇ ਤਉ ਭੀ ਲੇਖਾ ਦੇਵਣਾ। ਤੇ ਅਗਲੀ ਪੰਕਤੀ ਵਿੱਚ ਦਰਿਆ ਕਹਿੰਦਾ ਜਿੱਧਰ ਰੱਬ ਰਜਾਏ ਵਹਿਣ ਤੇ ਦਾਊ ਗਉ ਕਰੇ। ਬਾਬਾ ਫਰੀਦ ਸਾਹਿਬ ਜੀ, ਭਾਵੇਂ ਲੋਕ ਮੈਨੂੰ ਦਰਿਆ ਕਹਿੰਦੇ ਆ, ਲੋਕ ਸਮਝਦੇ ਆ ਕਿ ਮੇਰੇ ਵਿੱਚ ਬੜੀ ਤਾਕਤ ਹੈ, ਪਰ ਨਹੀਂ, ਮੇਰੇ ਵਿੱਚ ਕੋਈ ਤਾਕਤ ਨਹੀਂ। ਜਿੱਧਰ ਰੱਬ ਰਜਾਏ, ਜਿੱਧਰ ਉਹਦਾ ਹੁਕਮ ਹੋਇਆ ਵਹਿਣ ਤੇ ਦਾਊ ਗਉ ਕਰੇ, ਮੈਂ ਤੇ ਉਸੇ ਪਾਸੇ ਨੂੰ ਵਹਿ ਤੁਰਦਾ ਵਾਂ। ਸਤਿਗੁਰੂ ਕਹਿੰਦੇ ਹਨ ਇਹ ਦਰਿਆ ਵੀ ਹੁਕਮ ਦੇ ਵਿੱਚ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਗੁਰੂ ਸਾਹਿਬ ਜੀ ਅੱਗੇ ਚੱਲ ਕੇ ਫਿਰ ਕਹਿੰਦੇ ਹਨ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਹਨ। ਹਰ ਇੱਕ ਜੀ ਕੀ ਸੂਰਜ ਚੰਦ ਤੋਂ ਲੈ ਕਰਕੇ ਇੱਕ ਕੀੜੀ ਤੀਕਰ ਸਾਰੇ ਹੀ ਉਹਦੇ ਹੁਕਮ ਦੇ ਵਿੱਚ ਹਨ, ਉਹਦੇ ਕਾਇਦੇ ਤੇ ਕਾਨੂੰਨ ਦੇ ਵਿੱਚ ਹਨ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਹਨ ਬੰਧਨ ਜਾ ਕੇ ਸਭ ਜਗ ਬਾਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਜਿਸ ਵਾਹਿਗੁਰੂ ਦੇ ਕਾਇਦੇ ਕਾਨੂੰਨ ਦੇ ਵਿੱਚ ਸਾਰਾ ਸੰਸਾਰ ਬੱਝਾ ਹੋਇਆ ਹੈ, ਸਤਿਗੁਰੂ ਕਹਿੰਦੇ ਹਨ ਹੋਰ ਕਿਸੇ ਦਾ ਕੋਈ ਹੁਕਮ ਨਹੀਂ ਚੱਲਦਾ। ਉਸ ਪ੍ਰਮਾਤਮਾ ਦਾ ਹੁਕਮ ਸਾਰੀ ਖਲਕਤ ਦੇ ਉੱਪਰ ਚੱਲ ਰਿਹਾ ਹੈ। ਗੱਗੈ ਗੋਏ ਗਾਏ ਜਿਨ ਛੋਡੀ, ਗਲੀ ਗੋਬਿੰਦ ਗਰਭ ਪਿਆ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਗੱਗੈ ਗੱਗੈ ਗੋਏ ਗਾਏ ਜਿਨ ਛੋਡੀ। ਗੱਗੇ ਅੱਖਰ ਦੇ ਦੁਆਰਾ ਗੋਏ ਗਾਏ ਜਿਨ ਛੋਡੀ। ਗੋਏ ਦਾ ਭਾਵ ਹੈ ਬਾਣੀ। ਜਿਸ ਜੀਵ ਨੇ ਉਹਦੀ ਸਿਫਤੋ ਸਲਾਹ ਦੀ ਬਾਣੀ ਗਾਏ ਗਾਉਣੀ ਛੱਡ ਦਿੱਤੀ ਹੈ, ਉਹਦੀ ਸਿਫਤੋ ਸਲਾਹ ਨੂੰ ਛੱਡ ਦਿੱਤਾ ਹੈ। ਗੱਲੀ ਗੋਬਿੰਦ ਗਰਭ ਭਇਆ। ਸਤਿਗੁਰੂ ਕਹਿੰਦੇ ਹਨ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਰੱਬ ਬਣਿਆ ਫਿਰਦਾ ਹੈ, ਗਰਭ ਭਇਆ, ਹੰਕਾਰੀ ਹੋ ਰਿਹਾ ਹੈ, ਗੱਲਾਂ ਬਾਤਾਂ ਵਿੱਚ ਹੀ ਆਪਣੇ ਆਪ ਰੱਬ ਬਣਿਆ ਫਿਰਦਾ ਹੈ। ਜਾਂ ਸਾਧ ਸੰਗਤ ਜੀ ਇਸੇ ਪੰਕਤੀ ਦਾ ਭਾਵ ਹੈ ਗੱਗੈ ਗੋਏ ਗਾਏ। ਗੋਏ ਗਾਏ ਦਾ ਭਾਵ ਹੁੰਦਾ ਗੋਹ ਲੈਣੀ, ਕੋਈ ਚੀਜ਼ ਗੁੰਨ ਲੈਣੀ। ਸਤਿਗੁਰੂ ਕਹਿੰਦੇ ਹਨ ਉਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਇੱਕ ਘੁਮਿਆਰ ਦੀ ਨਿਆਈ ਹੈ। ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਇਹ ਮਿੱਟੀ ਜਿਹੜੀ ਹੈ ਗੋਹ ਕਰਕੇ ਛੱਡੀ ਹੈ, ਗੁੰਨੀ ਹੈ। ਗੱਗੈ ਗੋਏ ਗਾਏ ਜਿਨ ਛੋਡੀ, ਗੱਲੀ ਗੋਬਿੰਦ ਗਰਭ ਭਇਆ। ਸਤਿਗੁਰੂ ਕਹਿੰਦੇ ਹਨ ਗੱਲਾਂ ਦੇ ਵਿੱਚ ਹੀ ਇਹ ਜੀਵ ਜਿਹੜਾ ਹੈ ਆਪਣੇ ਆਪ ਰੱਬ ਹੋ ਰਿਹਾ ਹੈ, ਇਸ ਜੀਵ ਨੂੰ ਹੰਕਾਰ ਹੋ ਰਿਹਾ ਹੈ। ਕੜ ਭਾਂਡੇ ਜਿਨ ਆਵੀ ਸਾਜੀ, ਚਾੜਨ ਵਾਹੈ ਤਈ ਕੀਆ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਘੜ ਭਾਂਡੇ ਜਿਨ ਆਵੀ ਸਾਜੀ। ਹੁਣ ਪਿਛਲੀ ਪੰਕਤੀ ਤੋਂ ਅਰਥ ਆਪਾਂ ਫੇਰ ਲਵਾਂਗੇ ਗੋਏ ਗਾਏ ਜਿਨ ਛੋਡੀ। ਜਿਸ ਪ੍ਰਮਾਤਮਾ ਨੇ ਪੰਜ ਤੱਤਾਂ ਦੀ ਇਹ ਮਿੱਟੀ ਗੋਹ ਕਰਕੇ, ਗੋਏ ਗਾਏ ਜਿਨ ਛੋਡੀ, ਪੰਜ ਤੱਤਾਂ ਦੀ ਮਿੱਟੀ ਗੋਹ ਕਰਕੇ ਗੁੰਨ ਕਰਕੇ ਘੜ ਭਾਂਡੇ, ਇਹ ਸਰੀਰ ਰੂਪੀ ਭਾਂਡੇ ਘੜੇ। ਜਿਨ ਆਵੀ ਸਾਜੀ, ਜਿਸ ਪਰਮਾਤਮਾ ਨੇ ਮਾਤਾ ਦੇ ਗਰਭ ਦੇ ਵਿੱਚ ਆਵੀ ਦੇ ਵਿੱਚ ਇਹਨਾਂ ਭਾਂਡਿਆਂ ਨੂੰ ਸਾਜਿਆ। ਜਾਂ ਇਹ ਸੰਸਾਰ ਰੂਪੀ ਆਵੀ ਜਿਸ ਵਾਹਿਗੁਰੂ ਨੇ ਸਾਜੀ ਹੈ। ਚਾੜਨ ਵਾਹੈ ਤਈ ਕੀਆ। ਸਤਿਗੁਰੂ ਕਹਿੰਦੇ ਹਨ ਉਹ ਪਰਮਾਤਮਾ ਆਪ ਹੀ ਆਵੀ ਦੇ ਉੱਪਰ ਚਾੜਨ ਵਾਲਾ ਹੈ। ਵਾਹੈ ਤਈ ਕੀਆ, ਤੇ ਉਹ ਪਰਮਾਤਮਾ ਆਪ ਹੀ ਆਵੀ ਤੋਂ ਲਾਉਣ ਵਾਲਾ ਹੈ, ਤੇ ਬਾਰ-ਬਾਰ ਆਪ ਹੀ ਆਵੀ ਦੇ ਵਿੱਚ ਪਕਾਉਣ ਵਾਲਾ ਹੈ। ਪਰਮਾਤਮਾ ਨੇ ਪੰਜ ਤੱਤਾਂ ਦੇ ਨਾਲ, ਪੰਜ ਤੱਤਾਂ ਨੂੰ ਗੁੰਨ ਕਰਕੇ ਇਹ ਜੀਵ ਰੂਪੀ ਭਾਂਡੇ ਸਾਜੇ ਹੈ। ਤੇ ਸਤਿਗੁਰੂ ਕਹਿੰਦੇ ਹਨ ਆਪ ਹੀ ਉਹ ਪਰਮਾਤਮਾ ਇਸ ਸੰਸਾਰ ਰੂਪੀ ਆਵੀ ਦੇ ਉੱਪਰ ਭਾਂਡਿਆਂ ਨੂੰ ਚਾੜਨ ਵਾਲਾ ਹੈ, ਤੇ ਆਪ ਹੀ ਇਸ ਸੰਸਾਰ ਰੂਪੀ ਆਵੀ ਤੋਂ ਇਹਨਾਂ ਭਾਂਡਿਆਂ ਨੂੰ ਲਾਉਣ ਵਾਲਾ ਹੈ। ਜਿਹੜੇ ਤੇ ਹੰਕਾਰ ਨਹੀਂ ਕਰਦੇ, ਜਿਹੜੇ ਤੇ ਉਸ ਗੋਬਿੰਦ ਦੇ ਵਿੱਚ ਦੇ ਨਾਮ ਦੇ ਵਿੱਚ ਜੁੜ ਜਾਂਦੇ ਹਨ, ਉਹਨਾਂ ਨੂੰ ਇਸ ਆਵੀ ਤੋਂ ਉਹ ਲਾਹ ਲੈਂਦਾ ਹੈ। ਤੇ ਜਿਹੜੇ ਹੰਕਾਰ ਕਰਦੇ ਹਨ, ਜਿਹੜੇ ਆਪਣੇ ਆਪ ਹੀ ਰੱਬ ਬਣਦੇ ਹਨ, ਸਤਿਗੁਰੂ ਕਹਿੰਦੇ ਹਨ ਐਸੇ ਭਾਂਡਿਆਂ ਨੂੰ ਉਹ ਪਰਮਾਤਮਾ ਜਿਹੜਾ ਹੈ ਬਾਰ-ਬਾਰ ਇਸ ਸੰਸਾਰ ਰੂਪੀ ਆਵੀ ਦੇ ਉੱਪਰ, ਸੰਸਾਰ ਦੀ ਜਿਹੜੀ ਅੱਗ ਹੈ, ਸੰਸਾਰ ਰੂਪੀ ਅੱਗ ਦੀ ਆਵੀ ਦੇ ਉੱਪਰ ਉਹ ਪਰਮਾਤਮਾ ਬਾਰ-ਬਾਰ ਇਹਨਾਂ ਭਾਂਡਿਆਂ ਨੂੰ ਚੜਾ ਛੱਡਦਾ ਹੈ। ਕੱਗੈ ਕਾਲ ਸੇਵਕ ਜੇ ਘਾਲੈ, ਸ਼ਬਦ ਗੁਰੂ ਕੈ ਲਾਗ ਰਹੈ। ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ ਘੱਗੇ ਅੱਖਰ ਦੇ ਦੁਆਰਾ ਘੱਗੈ ਕਾਲ ਸੇਵਕ ਜੇ ਘਾਲੈ। ਸਤਿਗੁਰੂ ਕਹਿੰਦੇ ਹਨ ਜੇ ਕੋਈ ਗੁਰੂ ਦਾ ਸੇਵਕ ਬਣਨਾ ਚਾਹੁੰਦਾ ਹੈ, ਉਹ ਘਾਲ ਨੂੰ ਘਾਲੇ, ਘਾਲਣਾ ਕਰੇ, ਕਮਾਈ ਕਰੇ, ਸ਼ਬਦ ਗੁਰੂ ਕੈ ਲਾਗ ਰਹੈ। ਗੁਰੂ ਦੇ ਸ਼ਬਦ ਦੇ ਦੁਆਰਾ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਲੱਗਾ ਰਹੇ। ਬੁਰਾ ਭਲਾ ਜੇ ਸਮ ਕਰ ਜਾਣੈ, ਇਨ ਬਿਦ ਸਾਹਿਬ ਰਮਤ ਰਹੈ। ਹਾਂ, ਸਤਿਗੁਰੂ ਜੀ ਕਹਿੰਦੇ ਹਨ ਬੁਰਾ ਭਲਾ ਜੇ ਸਮ ਕਰ ਜਾਣੈ। ਜੇ ਕੋਈ ਬੁਰੇ ਨੂੰ ਤੇ ਭਲੇ ਨੂੰ ਸਮ ਕਰਕੇ ਬਰਾਬਰ ਕਰਕੇ ਜਾਣ ਲਵੇ,
ਇਨ ਬਿਦ ਸਾਹਿਬ ਰਮਤ ਰਵਹਿ। ਜੇ ਇਸ ਤਰੀਕੇ ਦੇ ਨਾਲ ਉਸ ਸਾਹਿਬ ਨੂੰ ਰਮਦਾ ਰਵੇ, ਉਸ ਵਾਹਿਗੁਰੂ ਨੂੰ ਸਿਮਰਦਾ ਰਵੇ, ਤੇ ਸਤਿਗੁਰੂ ਕਹਿੰਦੇ ਹਨ ਐਸਾ ਸੇਵਕ ਜਿਹੜਾ ਹੈ ਉਹ ਰੱਬ ਦੇ ਘਰ ਵਿੱਚ, ਪਰਮਾਤਮਾ ਦੇ ਘਰ ਵਿੱਚ ਉਹ ਸੇਵਕ ਪਰਵਾਨ ਚੜ੍ਹ ਜਾਂਦਾ ਹੈ। ਘੱਗੈ ਘਾਲ ਸੇਵਕ ਜੇ ਘਾਲੈ, ਸੇਵਕ ਹੈ ਹੀ ਉਹ ਜਿਹੜਾ ਘਾਲਣਾ ਨੂੰ ਘਾਲੇ। ਤੇ ਬੇਅੰਤ ਸਾਧ ਸੰਗਤ ਜੀ ਘਾਲਣਾਵਾਂ, ਜਦੋਂ ਗੁਰੂ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ, ਸੇਵਕਾਂ ਦੀਆਂ ਐਸੀਆਂ ਐਸੀਆਂ ਘਾਲਣਾਵਾਂ। ਕੱਲ ਆਪਾਂ ਭਾਈ ਮੰਝ ਜੀ ਦੀ ਸਾਖੀ ਵਾਚੀ ਸੀ, ਕੈਸੀ ਘਾਲਣਾ ਉਹਨਾਂ ਨੇ ਘਾਲੀ। ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਜਦੋਂ ਆਪਾਂ ਪੜ੍ਹਦੇ ਹਾਂ, ਕੀ ਐਸੀ ਕੋਈ ਘਾਲਣਾ ਘਾਲ ਸਕਦਾ ਹੈ? 60 ਸਾਲਾਂ ਦੀ ਬਿਰਧ ਅਵਸਥਾ, ਉਹ ਅਵਸਥਾ ਜਿਸ ਅਵਸਥਾ ਦੇ ਵਿੱਚ ਇੱਕ ਬਜ਼ੁਰਗ ਜਿਹੜਾ ਹੈ ਆਪਣੇ ਘਰ ਦੇ ਵਿੱਚ ਮੰਜੇ ਦੇ ਤੇ ਬਹਿ ਕਰਕੇ ਆਰਾਮ ਕਰਦਾ ਹੈ, ਉਸ ਅਵਸਥਾ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਚਰਨ ਸ਼ਰਨ ਦੇ ਵਿੱਚ ਆਏ। ਤੇ 70 ਸਾਲ ਤੀਕ, ਤਕਰੀਬਨ 12 ਸਾਲ 72 ਸਾਲਾਂ ਤੀਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਘਾਲਣਾ ਘਾਲੀ। ਸ਼ਾਇਦ ਹੀ ਸੰਸਾਰ ਦੇ ਵਿੱਚ ਕੋਈ ਐਸੀ ਘਾਲਣਾ ਨੂੰ ਘਾਲ ਹੀ ਨਹੀਂ ਸਕਦਾ। ਤੇ ਕੱਲੀ ਘਾਲਣਾ ਨਹੀਂ ਘਾਲੀ, ਬੁਰਾ ਭਲਾ ਜੇ ਸਮ ਕਰ ਜਾਣਾ, ਬੁਰੇ ਭਲੇ ਨੂੰ ਸਮ ਕਰਕੇ ਜਾਣਿਆ। ਕਿਸੇ ਨੇ ਕਿਸੇ ਤਰੀਕੇ ਦੇ ਲਫ਼ਜ਼ ਕਹੇ, ਕਿਸੇ ਨੇ ਕਿਸੇ ਤਰੀਕੇ ਦੇ ਕਹੇ, ਕਿਸੇ ਨੇ ਅਮਰੂ ਨਿਥਾਵਾਂ, ਇਹੋ ਜਿਹੇ ਸ਼ਬਦ ਵੀ ਵਰਤੇ। ਜਿਸ ਦਿਨ ਘਾਲਣਾ ਨੂੰ ਫਲ ਲੱਗਣਾ ਸੀ ਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਿਆਸ ਦਰਿਆ ਤੋਂ ਆਪਣੇ ਸੀਸ ਦੇ ਉੱਪਰ ਪਾਣੀ ਦੀ ਗਾਗਰ ਚੁੱਕ ਕਰਕੇ ਆਉਂਦੇ ਆ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਵਾਉਣ ਦੇ ਵਾਸਤੇ। ਅੰਮ੍ਰਿਤ ਵੇਲੇ, ਜਦੋਂ ਅਜੇ ਰਸਤਾ ਵੀ ਸਹੀ ਤਰੀਕੇ ਨਾਲ ਦਿਖਦਾ ਨਹੀਂ, ਅੰਮ੍ਰਿਤ ਵੇਲੇ ਘੁੱਪ ਹਨੇਰਾ ਹੁੰਦਾ ਹੈ। ਇੱਕ ਜੁਲਾਹੀ ਦੇ ਘਰ ਦੇ ਲਾਗੇ, ਜੁਲਾਹੇ ਦੇ ਘਰ ਦੇ ਲਾਗੇ ਖੱਡੀ ਦੇ ਵਿੱਚ ਗੁਰੂ ਸਾਹਿਬਾਂ ਨੂੰ ਪੈਰ ਦੀ ਠੋਕਰ ਲੱਗੀ, ਠੇਡਾ ਲੱਗਿਆ ਤੇ ਡਿੱਗ ਪਏ। ਅੰਦਰੋਂ ਜੁਲਾਹੇ ਨੇ ਜੁਲਾਹੀ ਨੂੰ ਪੁੱਛਿਆ ਕਿ ਕੌਣ ਹੈ ਬਾਹਰ? ਤੇ ਜੁਲਾਹੀ ਨੇ ਇਹੀ ਬਚਨ ਕਹੇ ਸੀ, ਇਹ ਸ਼ਬਦ ਵਰਤੇ ਸੀ ਕਿ ਹੋਣਾ ਹੈ ਅਮਰੂ ਨਿਥਾਵਾਂ। ਉਹਨੂੰ ਹੀ ਰਾਤ ਦਿਨੇ ਕਿਤੇ ਚੈਨ ਨਹੀਂ। ਤੇ ਉਹ ਦਿਨ ਗੁਰੂ ਹਜੇ ਗੁਰੂ ਨਹੀਂ ਸੀ ਬਣੇ। ਬਾਬਾ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਇਹ ਬਚਨ ਨਿਕਲੇ ਸੀ ਕਿ ਨਹੀਂ, ਅੱਜ ਮੈਂ ਨਥਾਵਾਂ ਨਹੀਂ। ਕਦੇ ਮੈਂ ਨਥਾਵਾਂ ਹੁੰਦਾ ਸੀ, ਪਰ ਮੈਂ ਅੱਜ ਨਥਾਵਾਂ ਨਹੀਂ, ਅੱਜ ਤੇ ਮੈਂ ਗੁਰੂ ਵਾਲਾ ਹਾਂ। ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਪਹੁੰਚੇ, ਜਾ ਕਰਕੇ ਸਾਰੀ ਵਾਰਤਾ ਦੱਸੀ, ਸਤਿਗੁਰੂ ਅੱਜ ਤੇ ਮੈਂ ਡਿੱਗ ਪਿਆ ਵਾਂ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਮੈਂ ਤੇ ਉਡੀਕ ਰਿਹਾ ਸੀ, ਇਸੇ ਦਿਨ ਦੀ ਤੇ ਮੈਂ ਉਡੀਕ ਕਰ ਰਿਹਾ ਸੀ ਕਿ ਕਿੱਦਣ ਤੁਸੀਂ ਡਿੱਗੋ, ਕਿਉਂਕਿ ਜਦੋਂ ਫਲ ਪੱਕ ਜਾਂਦਾ ਹੈ ਉਹ ਆਪਣੇ ਆਪ ਡਿੱਗ ਜਾਂਦਾ ਹੈ। ਮੈਂ ਉਡੀਕ ਰਿਹਾ ਸੀ ਕਿ ਤੁਸੀਂ ਡਿੱਗੋ ਤੇ ਮੈਂ ਤੁਹਾਨੂੰ ਉਠਾਵਾਂ, ਅੱਜ ਤੁਸੀਂ ਡਿੱਗ ਗਏ ਹੋ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਛਾਤੀ ਦੇ ਨਾਲ ਲਾਇਆ। ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬਾਬਾ ਅਮਰਦਾਸ ਸਾਹਿਬ ਜੀ ਨੂੰ ਤੇ ਸਿੰਘਾਸਣ ਦੇ ਉੱਪਰ ਬਿਠਾਇਆ। ਸਤਿਗੁਰੂ ਕਹਿੰਦੇ ਹਨ ਐਸੀ ਕੋਈ ਘਾਲਣਾ ਘਾਲੇ। ਘੱਗੈ ਘਾਲ ਸੇਵਕ ਜੇ ਘਾਲੈ, ਕੋਈ ਸੇਵਕ ਬਣ ਕੇ ਗੁਰੂ ਦੀ ਘਾਲਣਾ ਘਾਲੇ। ਸ਼ਬਦ ਗੁਰੂ ਕੈ ਲਾਗ ਰਹੈ, ਇੱਕ ਪਾਸੇ ਹਾਥ ਪਾਉ ਕਰ ਕਾਮ ਸਭ, ਇਹ ਘਾਲਣਾ ਘਾਲੇ। ਤੇ ਦੂਜੇ ਪਾਸੇ ਸ਼ਬਦ ਗੁਰੂ ਕੈ ਲਾਗ ਰਹੈ, ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਰਵੇ। ਹੱਥਾਂ ਪੈਰਾਂ ਦੇ ਨਾਲ ਕਾਰਜ ਕਰੇ, ਰਸਨਾ ਦੇ ਨਾਲ ਵਾਹਿਗੁਰੂ ਜਪੇ, ਬਾਣੀ ਜਪੇ। ਸਤਿਗੁਰੂ ਕਹਿੰਦੇ ਹਨ ਬੁਰਾ ਭਲਾ ਜੇ ਸਮ ਕਰ ਜਾਣਾ, ਕੋਈ ਬੁਰਾ ਕਹਿ ਜਾਵੇ, ਕੋਈ ਚੰਗਾ ਕਹਿ ਜਾਵੇ, ਉਹਨੂੰ ਬਰਾਬਰ ਕਰਕੇ ਜਾਣੇ। ਬੁਰਾ ਭਲਾ ਜੇ ਸਮ ਕਰ ਜਾਣਾ, ਇਨ ਬਿਦ ਸਾਹਿਬ ਰਮਤ ਰਵਹਿ। ਜੇ ਇਸ ਤਰੀਕੇ ਦੇ ਨਾਲ ਉਸ ਸਾਹਿਬ ਨੂੰ ਰਮਤ ਰਹਿ, ਉਹਨੂੰ ਸਿਮਰਦਾ ਰਵੇ, ਤੇ ਸਤਿਗੁਰੂ ਕਹਿੰਦੇ ਹਨ ਐਸਾ ਸੇਵਕ ਜਿਹੜਾ ਹੈ ਉਹ ਪਰਮਾਤਮਾ ਦੇ ਘਰ ਦੇ ਵਿੱਚ, ਗੁਰੂ ਦੇ ਘਰ ਦੇ ਵਿੱਚ ਪ੍ਰਵਾਨ ਚੜ੍ਹ ਜਾਂਦਾ ਹੈ। ਐਸਾ ਸੇਵਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਇਹ ਸਾਧ ਸੰਗਤ ਜੀ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ। ਅੱਜ ਸਤਿਗੁਰਾਂ ਨੇ ਖੱਖੇ ਅੱਖਰ ਦੇ ਦੁਆਰਾ, ਗੱਗੇ ਦੇ ਦੁਆਰਾ ਤੇ ਘੱਗੇ 3 ਅੱਖਰਾਂ ਦੇ ਦੁਆਰਾ ਉਪਦੇਸ਼ ਦਿੱਤਾ ਹੈ। ਸਤਿਗੁਰੂ ਬਖਸ਼ਿਸ਼ ਕਰਨ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ, ਅੰਮ੍ਰਿਤ ਉਪਦੇਸ਼ ਨੂੰ ਸਾਧ ਸੰਗਤ ਦੀਆਂ ਹਿਰਦਿਆਂ ਤੇ ਵਸੇ, ਰਸਨਾ ਨੂੰ ਪਵਿੱਤਰ ਕਰੀਏ। ਗੁਰੂ ਚਰਨਾਂ ਵਿੱਚ ਅਰਦਾਸ।